ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ हे ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ हे ਸੰਸਾਰ ਤਾਪ ਹਰਣਹਿ ਕਰਨਾ ਮੈਂ ਸਭ ਦੁਖ ਹਰੋ हे ਸਰਨ ਚੋਗ ਦਇਆਲ ਹੈ ਦੀਨਾਨਾਥ ਮਇਆ ਕਰੋ ਸਰੀਰ ਸਵਸਥ ਖੀਨ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਨੀਚੈ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪਰਖ ਜੰਤਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸਮਾਰ ਅਥਾਹ ਅਗਨਿਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੈਰੋ ਮਹੱਲਾ ਪੰਜਵਾ ਸਤਿਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰ ਦੀਨੋ ਨਾਮ ਸਹਿਜ ਵਿਨੋਦ ਚੋਜ ਅਨੰਤਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਸਤਿਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰ ਦੀਨੋ ਨਾਮ ਸਹਿਜ ਵਿਨੋਦ ਚੋਜ ਅਨੰਤਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤਿਸ ਸੰਗ ਮਨ ਰਾਚੀ ਰਹਾਉ
अचिंत हमारे पूजन पाओ, अचिंत हमारे नीचे नाओ, अचिंत हमारे शब्द उदार, अचिंत हमारे परे भंडार, अचिंत हमारे कारज पूरे, अचिंत हमारे लथे विसूरे, अचंत हमारी बैरी मीता, अचिंतो ही एहो मन वस कीता, अचिंत हमारे कारज पूरे, अचिंत हमारे लथे विसूरे, अचिंत हमारे बैरी मीता, अचिंतो ही एहो मन वस कीता। पैरो महला पंजवा। सतगुर मोको कीनो दान। वाहिगुरु जी का खालसा, वाहिगुरु जी की फतेह। दसां पातशाहियां दी आखिरक जोत, तख्त जबर छत्र ते मालक, जुग जुग अटल पतत पावन भगत वत्सल, करना निधान अंतरजामी, सब्द गुर पीरा गहर गंभीरा। धन धन साहिब श्री गुरु ग्रंथ साहिब जी महाराज, सतगुरां दी साची निवाजी परम सन्मान जोग, गुरु रूप खालसा साध संगत। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਿਆ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਹਨ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋ ਮਹਲਾ ਪੰਜਵਾ। ਸਤਿਗੁਰ ਮੋਕੋ ਕੀਨੋ ਦਾਨ। ਸਾਧ ਸੰਗਤ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ, ਬਾਣੀ ਕੇ ਕੋਹਿਤ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਪ੍ਰਥਾਏ ਭੱਟ ਸਹਿਬਾਨਾਂ ਦੇ ਬੋਲ ਹਨ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਕੂਟਤ ਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥਰਾ ਜਗ ਕਾਰਨ ਕੋ ਅਵਤਾਰ ਬਨਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਸਤਿਗੁਰਾਂ ਨੂੰ ਜਪਣਾ ਕੀਤਾ, ਉਹਨਾਂ ਨੇ ਦੁਬਾਰਾ ਸੰਸਾਰ ਦੇ ਵਿੱਚ ਗਰਭ ਜੂਨਾਂ ਦੇ ਅੰਦਰ ਆ ਕਰਕੇ ਦੁੱਖ ਨਹੀਂ ਭੋਗੇ, ਉਹ ਮੁਕਤ ਹੋ ਜਾਂਦੇ ਹਨ।
ਸਤਿਗੁਰੂ ਮਹਾਰਾਜ ਜੀ ਇਸ ਕਲਯੁਗ ਦੇ ਵਿੱਚ ਭਵਜਲ ਤੋਂ ਪਾਰ ਕਰਨ ਵਾਸਤੇ ਜਹਾਜ਼ ਦੀ ਨਿਆਈ ਹਨ। ਭੈਰੋ ਰਾਗ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ੇ ਹਨ। ਤਿੰਨ ਅਸ਼ਟਪਦੀਆਂ ਸਤਿਗੁਰੂ ਸਾਹਿਬਾਂ ਦੀਆਂ ਤੀਸਰੀ ਇਹ ਅਸ਼ਟਪਦੀ ਹੈ। ਸਤਿਗੁਰ ਮੋਕੋ ਕੀਨੋ ਦਾਨ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ। ਵੱਡੇ ਸਤਿਗੁਰਾਂ ਨੇ ਸਾਡੇ ਤੇ ਮਿਹਰ ਕੀਤੀ, ਸਾਨੂੰ ਇੱਕ ਦਾਨ ਬਖਸ਼ਣਾ ਕੀਤਾ ਹੈ। ਉਹ ਮਹਾਦਾਨ ਜੋ ਲੋਕ ਤੇ ਪਰਲੋਕ ਤੇ ਜੀਵ ਦਾ ਕਲਿਆਣ ਕਰਦਾ ਹੈ। ਸਤਿਗੁਰਾਂ ਨੇ ਸਾਡੀ ਝੋਲੀ ਵਿੱਚ, ਹਿਰਦੇ ਰੂਪ ਪੱਲੇ ਦੇ ਵਿੱਚ ਉਹ ਦਾਨ ਦੇਣਾ ਕੀਤਾ। ਅਮੋਲ ਰਤਨ ਹਰ ਦੀਨੋ ਨਾਮ। ਉਹ ਦਾਨ ਕਿਹੜਾ ਹੈ? ਅਮੋਲ ਰਤਨ, ਜੋ ਅਮੋਲਕ ਮੁੱਲ ਤੋਂ ਰਹਿਤ ਰਤਨ ਮਾਨਕ ਦੀ ਨਿਆਈ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹ ਸਾਨੂੰ ਦਾਨ ਦੇਣਾ ਕੀਤਾ। ਸਤਿਗੁਰਾਂ ਦੇ ਕੋਲ ਇਹ ਮਹਾਦਾਨ ਆਪਣੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਇਹ ਦੇਣਾ ਕਰਦੇ ਹਨ। ਜਿਹੜੇ ਗੁਰਸਿੱਖ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ, ਉਹਨਾਂ ਦੇ ਤਾਈਂ ਇਹ ਪ੍ਰਾਪਤ ਹੋਇਆ ਹੈ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਕਾਸ਼। ਵਾਹਿਗੁਰੂ ਪਰਮਾਤਮਾ ਨੇ ਸੰਸਾਰ ਅੰਦਰ 84 ਲੱਖ ਜੂਨਾਂ ਬਣਾਈਆਂ ਨੇ। 84 ਲੱਖ ਜੂਨਾਂ ਦੇ ਵਿੱਚ ਮਨੁੱਖ ਦੇ ਤਾਈਂ ਵਡਿਆਈ ਬਖਸ਼ੀ ਹੈ। ਸਾਰਿਆਂ ਤੋਂ ਸਰੋਮਣੀ ਬਣਾ ਕਰਕੇ ਔਰ ਮਨੁੱਖ ਜੂਨ ਆਪਣੇ ਨਾਲ ਮਿਲਣ ਵਾਸਤੇ ਇੱਕ ਸਾਧਨ ਬਣਾਉਣਾ ਕੀਤਾ ਹੈ। ਜੇ ਕੋਈ ਮਨੁੱਖ ਪਰਮੇਸ਼ਰ ਦੇ ਨਾਲ ਮਿਲਣਾ ਚਾਹੁੰਦਾ ਹੈ ਤਾਂ ਉਹ ਬੰਦਗੀ ਕਰੇ, ਆਪਣੇ ਆਪ ਨੂੰ ਸਵਾਰੇ। ਬੰਦਗੀ ਕਰਨ ਵਾਸਤੇ, ਸਵਾਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਗੁਰਮਤਿ ਦ੍ਰਿੜ ਕਰਾਉਂਦੇ ਹਨ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਦਰ ਤੇ ਆ ਕਰਕੇ ਮਨੁੱਖ ਦੇ ਤਾਈਂ ਜਨਮਾਂ ਜਨਮ ਤੋਂ ਵਿਛੜੇ, ਜਨਮ ਜਨਮ ਤੋਂ ਭਟਕਦੇ ਆਪਣੇ ਜੀਵ ਆਤਮਾ ਦੀ ਸੋਝੀ ਹੁੰਦੀ ਹੈ। ਜਿੱਥੇ ਅਸੀਂ ਸੰਸਾਰ ਵਿੱਚ ਕਈ ਤਰ੍ਹਾਂ ਦੀਆਂ ਤਰੱਕੀਆਂ ਕਰਦੇ ਹਾਂ, ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਸਫਲ ਤੇ ਸੁਖੀ ਬਣਾਉਣਾ ਚਾਹੁੰਦੇ ਹਾਂ, ਇੱਥੇ ਗੁਰੂ ਪਾਤਸ਼ਾਹ ਜੀ ਸਾਨੂੰ ਆਤਮਾ ਦੀ ਸਮਝ ਬਖਸ਼ਦੇ ਹਨ। ਜਿੱਥੇ ਮਨੁੱਖ ਬਾਹਰ ਪਈ ਵਰਦੀ ਲੈ ਕਰਕੇ ਸੰਸਾਰ ਅੰਦਰ ਰਹਿੰਦਾ ਹੈ, ਗੁਰੂ ਸਾਹਿਬ ਜੀ ਸਾਨੂੰ ਅੰਤਰਮੁਖ ਕਰ ਦਿੰਦੇ ਨੇ। ਅੰਦਰ ਦੀ ਯਾਤਰਾ ਮਨੁੱਖ ਗੁਰੂ ਨਾਲ ਮਿਲ ਕੇ ਦੇਵਤਾ ਬਣ ਜਾਂਦਾ ਹੈ। ਜਿੱਥੇ ਗੁਰਮੁਖ ਨਾਮ ਜਪਦੇ ਹਨ, ਸੇਵਾ ਸਿਮਰਨ ਕਰਦੇ ਨੇ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜਦ ਸਤਿਗੁਰ ਪਾਇਆ। ਗੁਰਮੁਖਾਂ ਦਾ ਪ੍ਰਾਪਤ ਕੀਤਾ ਇਹ ਜਨਮ ਦੁਰਲੱਭ ਹੈ,
ਤੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਨਾਮ ਦਾ ਰੰਗ ਲਾਉਣਾ ਕੀਤਾ ਹੈ। ਮਨ ਤੇ ਤਨ ਉਹਨਾਂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਉਹ ਰੰਗ ਜਿਹੜਾ ਕਦੇ ਰਹਿੰਦਾ ਨਹੀਂ ਹੈ। ਜਿੱਥੇ ਸਤਿਗੁਰੂ ਕਹਿੰਦੇ ਗੁਰੂ ਨਾਲ ਮਿਲ ਕੇ ਇਸ ਜਨਮ ਦੀ ਸੋਝੀ ਆਉਂਦੀ ਹੈ, ਨਹੀਂ ਤਾਂ ਸਾਧ ਸੰਗਤ ਮਨੁੱਖ ਹੁੰਦਿਆਂ ਵੀ ਪਸ਼ੂਆਂ ਵਾਲੇ ਕਰਮ ਕਰਦੇ ਹਨ, ਪਸ਼ੂਆਂ ਦੇ ਤੁਲ ਸਮਾਨ ਹਨ। ਭਗਤ ਕਬੀਰ ਜੀ ਕਹਿੰਦੇ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਇਹ ਝੱਲੇ ਜੀਵ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਪਸ਼ੂਆਂ ਦੀ ਨਿਆਈ ਭੋਜਨ ਖਾ ਕਰਕੇ ਸੌ ਜਾਂਦਾ ਹੈ ਔਰ ਜੀਵਨ ਬਤੀਤ ਕਰਦਾ ਹੈ। ਮਨੁੱਖ ਜਨਮ ਹਾਰ ਲੈਣਾ ਕੀਤਾ। ਤੈਨੂੰ ਪਰਮਾਤਮਾ ਨੇ ਇੰਨੀ ਸਮਝ, ਇੰਨੀ ਤਾਕਤ ਦਿੱਤੀ ਸੀ, ਤੂੰ ਪਰਮਾਤਮਾ ਹੀ ਹੋ ਸਕਦਾ ਸੀ। ਵਾਹਿਗੁਰੂ ਦੇ ਗੁਣ ਕਰਕੇ ਵਾਹਿਗੁਰੂ ਨਾਲ ਮਿਲ ਸਕਦਾ ਸੀ, ਪਰ ਇਹ ਜਨਮ ਤੂੰ ਗਵਾ ਲੈਣਾ ਕੀਤਾ। ਜਿਹੜੇ ਗੁਰਮੁਖ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦੇ ਨੇ, ਸਤਿਗੁਰ ਪੂਰਾ ਜੀ ਮਿਲੈ ਪਾਈਐ ਰਤਨ ਦੀ ਚਾਰ, ਉਹਨਾਂ ਨੂੰ ਆਪਣੇ ਇਸ ਰਤਨ ਜਨਮ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਇਹ ਬੜਾ ਅਮੋਲਕ ਸਮਾਂ ਹੈ। ਇੱਕ ਇੱਕ ਸਵਾਸ ਬੜਾ ਅਮੋਲਕ ਹੈ। ਨਾਮ ਜਪਣ ਕੋ ਜੀਭਾ ਦੀਨੀ, ਹਰ ਦਰਸ਼ਨ ਕੋ ਅੱਖੀ। ਇੱਕ ਇੱਕ ਸਵਾਸ ਅਮੋਲਕ ਬੰਦੇ ਦਾ ਹੱਥ ਨਾ ਆਵੇ ਲੱਖੀ। ਇਹ ਮਹਾਂਪੁਰਖਾਂ ਦੇ ਬੋਲ ਹਨ ਕਿ ਬੰਦਿਆ ਤੈਨੂੰ ਪਰਮਾਤਮਾ ਨੇ ਰਸਨਾ ਨਾਮ ਜਪਣ ਵਾਸਤੇ ਦਿੱਤੀ ਹੈ। ਇਹ ਅੱਖਾਂ ਦਿੱਤੀਆਂ ਨੇ ਕਿ ਤੂੰ ਪਰਮਾਤਮਾ ਦੇ ਦਰਸ਼ਨ ਕਰ ਸਕੇ। ਤੇਰਾ ਇੱਕ ਇੱਕ ਸਵਾਸ ਬੜਾ ਅਮੋਲਕ ਹੈ, ਦੁਬਾਰਾ ਪ੍ਰਾਪਤ ਨਹੀਂ ਹੋਣ ਵਾਲਾ। ਜਦੋਂ ਪੂਰੇ ਸਤਿਗੁਰਾਂ ਨੂੰ ਮਿਲਾਂਗੇ ਤਾਂ ਇਹ ਵਿਚਾਰ ਪ੍ਰਾਪਤ ਹੋਣੀ ਹੈ ਕਿ ਸਾਡਾ ਜਨਮ ਇੱਕ ਰਤਨ ਦੀ ਤਰ੍ਹਾਂ ਕੀਮਤੀ ਹੈ। ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਜਿਨ੍ਹਾਂ ਨੇ ਆਪਣਾ ਮਨ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ ਹੈ, ਸਾਧ ਸੰਗਤ, ਉਹ ਪਿਆਰ ਪ੍ਰਾਪਤ ਕਰਦੇ ਨੇ ਜਿਹੜਾ ਸਾਰਿਆਂ ਦੇ ਵਿੱਚ ਹੈ। ਸਾਰੇ ਜੀਵ ਉਹਨਾਂ ਨੂੰ ਬੜੇ ਚੰਗੇ ਲੱਗਦੇ ਨੇ, ਬੜੇ ਸੁੱਖ ਵਾਲੇ ਲੱਗਦੇ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪਿਆਰ ਪਾ ਲੈਣਾ ਕੀਤਾ। ਉਹਨਾਂ ਨੂੰ ਸਾਰੀਆਂ ਹੀ ਜੂਨਾਂ ਦੇ ਵਿੱਚ ਪੂਰਾ ਸਤਿਕਾਰ ਪ੍ਰਾਪਤ ਹੁੰਦਾ ਹੈ। ਸਾਰੇ ਹੀ ਜੀਵ ਜੰਤੂ ਉਹਨਾਂ ਗੁਰਮੁਖਾਂ ਦੇ ਅਨੁਸਾਰੀ ਹੋ ਜਾਂਦੇ ਹਨ, ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਚੱਲਦੇ ਨੇ। ਸੰਤ ਗਿਆਨੀ ਅਤਰ ਸਿੰਘ ਮਹਾਂਪੁਰਖ ਬਹੁਤ ਜ਼ਿਆਦਾ ਬੰਦਗੀ ਕੀਤੀ। ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ, ਜਿੱਥੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਰਨ ਪਾਏ, ਮਹਾਂਪੁਰਖਾਂ ਦਾ ਅਸਥਾਨ ਵੀ ਬਣਿਆ ਹੋਇਆ ਹੈ। ਮਹਾਂਪੁਰਖ ਹਜ਼ੂਰ ਸਾਹਿਬ ਤੋਂ ਇੱਧਰ ਪੰਜਾਬ ਆ ਰਹੇ ਸਨ। ਉਹਨਾਂ ਸਮਿਆਂ ਵਿੱਚ ਬਹੁਤੇ ਚੰਗੇ ਰਸਤੇ ਨਹੀਂ ਹੋਇਆ ਕਰਦੇ ਸੀ।
ਜੰਗਲ ਬੀਆਬਾਨ ਝਾੜੀਆਂ ਹੋਇਆ ਕਰਦੀਆਂ, ਜੰਗਲੀ ਜਾਨਵਰ ਆਮ ਫਿਰਦੇ ਸਨ। ਤਾਂ ਉਸ ਸਮੇਂ ਰਸਤੇ ਦੇ ਵਿੱਚ ਮਹਾਂਪੁਰਖਾਂ ਦੇ ਨਾਲ ਇੱਕ ਸੇਵਕ ਤੁਰਿਆ ਆ ਰਿਹਾ। ਤਾਂ ਉਸ ਸਮੇਂ ਸਾਧ ਸੰਗਤ ਸੇਵਕ ਨੇ ਕੀ ਦੇਖਿਆ ਕਿ ਇੱਕ ਸ਼ੇਰ ਸਾਹਮਣੇ ਤੁਰਦਾ ਆ ਰਿਹਾ ਹੈ। ਜਦੋਂ ਇਹ ਦੇਖਿਆ ਨਾ, ਤਾਂ ਉਸ ਸਮੇਂ ਉਸਦੇ ਮਨ ਵਿੱਚ ਭੈ ਪੈਦਾ ਹੋ ਗਿਆ ਔਰ ਆਪਣੀ ਜਾਨ ਬਚਾਉਣ ਵਾਸਤੇ ਇੱਕ ਦਰਖਤ ਦੇ ਆਸਰੇ ਹੋ ਕੇ ਉੱਪਰ ਚੜ੍ਹ ਜਾਣਾ ਕੀਤਾ। ਤਾਂ ਉਧਰ ਜਿਹੜਾ ਸ਼ੇਰ ਆ ਰਿਹਾ ਸੀ ਉਹ ਮਹਾਂਪੁਰਖਾਂ ਦੇ ਕੋਲ ਆ ਗਿਆ। ਮਹਾਂਪੁਰਖਾਂ ਦੇ ਕੋਲ ਆ ਕਰਕੇ ਉਸਨੇ ਇਸ ਤਰ੍ਹਾਂ, ਜਿਵੇਂ ਕੋਈ ਵਫਾਦਾਰ ਜਾਨਵਰ ਹੁੰਦਾ ਹੈ, ਕੁੱਤਾ ਹੁੰਦਾ ਹੈ ਨਾ, ਕੁੱਕਰ ਹੁੰਦਾ ਹੈ, ਆਪਣੇ ਮਾਲਕ ਨੂੰ ਦੇਖ ਕਰਕੇ ਪੂਛ ਹਿਲਾਉਣ ਲੱਗ ਜਾਂਦੇ। ਉਸ ਤਰ੍ਹਾਂ ਉਸ ਸ਼ੇਰ ਨੇ ਮਹਾਂਪੁਰਖਾਂ ਨੂੰ ਦੇਖਦਿਆਂ ਪੂਛ ਹਿਲਾਉਣੀ ਸ਼ੁਰੂ ਕਰ ਦਿੱਤੀ ਔਰ ਮਹਾਂਪੁਰਖਾਂ ਦੇ ਅੱਗੋਂ ਦੀ ਸਿਰ ਝੁਕਾ ਕਰਕੇ ਲੰਘ ਗਿਆ। ਉਸ ਸੇਵਕ ਨੇ ਇਹ ਸਾਰਾ ਦ੍ਰਿਸ਼ ਦੇਖਿਆ। ਉਸ ਸਮੇਂ ਥੱਲੇ ਉਤਰ ਕਰਕੇ ਦਰਖਤ ਤੋਂ ਮਹਾਂਪੁਰਖਾਂ ਕੋਲ ਆਇਆ, ਕਿਹਾ, ਮਹਾਂਪੁਰਖੋ, ਤੁਹਾਡੇ ਤਾਂ ਕੋਈ ਭੈ ਨਹੀਂ ਲੱਗਿਆ, ਕੋਈ ਡਰ ਨਹੀਂ ਲੱਗਿਆ ਕਿ ਸ਼ੇਰ ਆ ਗਿਆ ਹੈ? ਮਹਾਂਪੁਰਖ ਕਹਿੰਦੇ, ਭਾਈ ਹੁਣ ਸਾਨੂੰ ਕਿਸੇ ਦਾ ਭੈ ਨਹੀਂ ਹੈ। ਅਸੀਂ ਨਿਰਭਉ ਪਰਮਾਤਮਾ ਨੂੰ ਜਪ ਕੇ ਨਿਰਭਉ ਹੋ ਗਏ ਹਾਂ ਔਰ ਸਾਰੇ ਜੀਵ ਸਾਨੂੰ ਹੁਣ ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਕਹਿੰਦੇ, ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਉਹਨਾਂ ਦਾ ਇਹ ਜੀਵਨ ਬਣ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਅੱਗੇ ਆਪਣਾ ਮਨ ਭੇਟਾ ਕਰ ਦਿੱਤਾ। ਉਹਨਾਂ ਨੂੰ ਸਾਰਿਆਂ ਤੋਂ ਹੀ ਪਿਆਰ ਪ੍ਰਾਪਤ ਹੁੰਦਾ ਹੈ। ਸਾਰੇ ਵੈਰੀ ਮਿੱਤਰ ਬਣ ਜਾਂਦੇ ਨੇ, ਸੁੱਖ ਦੇਣ ਵਾਲੇ ਹੋ ਜਾਂਦੇ ਹਨ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਜੀਵਨ ਅੰਦਰ ਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਇਹ ਸੁੱਖ ਮਿਲਦੇ ਨੇ। ਔਰ ਸਤਿਗੁਰੂ ਸਾਨੂੰ ਵੀ ਸਿੱਖਿਆ ਦਿੰਦੇ ਨੇ ਕਿ ਭਾਈ ਤੂੰ ਆਪਣੇ ਜੀਵਨ ਅੰਦਰ ਗੁਰੂ ਦੇ ਸ਼ਬਦ ਦਾ ਧਿਆਨ ਲਾਉਣਾ ਕਰ। ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਅੰਦਰ ਜੁੜਨਾ ਕਰ, ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਭੂਲੇ ਕਉ ਪਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਿਆਈ। ਸਾਨੂੰ ਗੁਰੂ ਨੇ ਹੀ ਸਭ ਕੁਝ ਦੱਸਣਾ ਕੀਤਾ। ਗੁਰਮਤਿ ਜੋ ਹੈ ਗੁਰਮੁਖਾਂ ਨੂੰ ਗਾਡੀ ਰਾਹ ਤੇ ਤੋਰਦੀ ਹੈ। ਜੋ ਸੰਸਾਰ ਵਿੱਚ ਸੱਚ ਹੋ ਰਿਹਾ ਹੈ ਉਹ ਸਤਿਗੁਰੂ ਜੀ ਸਾਨੂੰ ਦਿਖਾ ਦਿੰਦੇ ਨੇ। ਜੋ ਸੰਸਾਰ ਵਿੱਚ ਸੱਚ ਹੈ ਉਸ ਦੇ ਚੱਲਣਾ ਕਿਵੇਂ ਹੈ ਔਰ ਸੱਚ ਦੇ ਚੱਲ ਕੇ ਸੁਖੀ ਹੋਈਦਾ, ਇਹ ਗੁਰੂ ਸਾਹਿਬ ਜੀ ਆਪਣੇ ਗੁਰਸਿੱਖਾਂ ਨੂੰ ਦਾਤ ਬਖਸ਼ ਕਰਦੇ ਨੇ। ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ ਗੁਰਮੁਖਾਂ ਦੇ ਹਿਰਦੇ ਵਿੱਚੋਂ। ਉਹਨਾਂ ਦੇ ਜੀਵਨ ਅੰਦਰੋਂ ਭਟਕਣਾ ਖਤਮ ਹੋ ਜਾਂਦੀ ਹੈ, ਅਗਿਆਨਤਾ ਨਾਸ ਹੋ ਜਾਂਦੀ ਹੈ। ਜਿਨ੍ਹਾਂ ਦੇ ਤਾਈਂ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ੀ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੈ ਲਟਕਿਆ, ਕਟ ਰਤਨ ਦੇਵੈ ਪ੍ਰਕਾਸ਼। ਧਨ ਵਡਭਾਗੀਆ, ਜੋ ਆਏ ਮਿਲੇ ਗੁਰ ਪਾਸ। ਨਾਮ ਸਾਧ ਸੰਗਤ ਬੜਾ ਹੀ ਅਮੋਲਕ ਰਤਨ ਹੈ। ਜੇ ਅਸੀਂ ਨਾਮ ਨਾਲ ਜੁੜਾਂਗੇ ਜੀਵਨ ਨੂੰ ਸਵਾਰਨ ਵਾਸਤੇ, ਤਾਂ ਸਤਿਗੁਰੂ ਮਹਾਰਾਜ ਜੀ ਆਪਣੇ ਗੁਰਸਿੱਖਾਂ ਨੂੰ
ਲੋਕ ਪਰਲੋਕ ਦੇ ਸੁੱਖ ਬਖਸ਼ ਕਰ ਦਿੰਦੇ ਹਨ। ਜਿਹੜੇ ਗੁਰਮੁਖ ਗੁਰੂ ਦਰ ਤੇ ਆ ਕੇ ਸੇਵਾ ਕਰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਭਾਈਐ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇਹ ਜੀਵਨ ਬਤੀਤ ਕਰਦੇ ਹਨ, ਉਹਨਾਂ ਨੂੰ ਸਤਿਗੁਰੂ ਜੀ ਪ੍ਰਤੱਖ ਨਾਮ ਦੀ ਦਾਤ ਬਖਸ਼ ਕਰ ਦਿੰਦੇ। ਨਾਮ ਉਹਨਾਂ ਨੂੰ ਗੁਰੂ ਕੋਲੋਂ ਮਿਲਦਾ ਹੈ, ਜਿਸ ਕਰਕੇ ਜਨਮਾਂ ਜਨਮਾਂ ਦੇ ਲੇਖੇ ਪਾੜ ਜਾਂਦੇ ਨੇ। ਮੇਰਾ ਹੀਅਰੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਰਗਤ ਦੁਖ ਲਾਥੇ, ਗੁਰ ਨਾਮ ਦਿਓ ਰਹਿ ਲਾਥਾ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਦੱਸਿਆ ਕਿ ਮੈਨੂੰ ਮੇਰੇ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ੀ। ਨਾਮ ਮੇਰੇ ਹਿਰਦੇ ਵਿੱਚ ਵਸ ਗਿਆ। ਜਦੋਂ ਸਤਿਗੁਰਾਂ ਨੇ ਮੇਰੇ ਸਿਰ ਤੇ, ਮੇਰੇ ਮਸਤਕ ਤੇ ਹੱਥ ਰੱਖ ਦਿੱਤਾ, ਜਨਮਾਂ ਜਨਮਾਂ ਦੇ ਕਿਰਤ ਪਾਪ ਚਲੇ ਗਏ, ਔਰ ਜਿਹੜਾ ਕਰਜ਼ਾ ਚੜਿਆ ਹੋਇਆ ਸੀ ਉਹ ਵੀ ਉਤਰ ਗਿਆ। ਹੁਣ ਕਰਜ਼ਾ ਕਿਹੜਾ ਹੈ? ਜੀਵ ਆਪਣੇ ਜਨਮਾਂ ਜਨਮਾਂ ਦੇ ਕਰਮਾਂ ਦੇ ਲੇਖੇ ਕਰਕੇ ਵਿਛੜਦਾ ਹੈ, ਮਿਲਦਾ ਹੈ, ਵਿਛੜਦਾ ਹੈ, ਮਿਲਦਾ ਹੈ। ਕਈਆਂ ਦੇ ਨਾਲ ਲੇਖਾ ਚੱਲਦਾ ਹੈ, ਕਿਸੇ ਤੋਂ ਸੁੱਖ ਲੈਣੇ ਹਨ, ਕਿਸੇ ਨੂੰ ਸੁੱਖ ਦੇਣੇ ਹਨ। ਪਤਾ ਹੀ ਨਹੀਂ ਇਸ ਦੇ ਕਰਮਾਂ ਦੇ ਵਿੱਚ ਕੀ ਕੀ ਲੈਣ ਦੇਣ ਦਾ ਹਿਸਾਬ ਚੱਲ ਰਿਹਾ ਹੈ, ਔਰ ਉਹਨਾਂ ਕਰਮਾਂ ਕਰਕੇ ਇਸ ਨੂੰ ਦੁੱਖ ਤੇ ਸੁੱਖ ਮਿਲ ਰਹੇ ਹਨ। ਪਰ ਮਹਾਰਾਜ ਕਹਿੰਦੇ ਜੋ ਇਹਦੇ ਕਰਮਾਂ ਦਾ ਲੇਖਾ ਹੈ ਉਹ ਪਾੜ ਜਾਵੇਗਾ ਜੇ ਇਸ ਨੇ ਨਾਮ ਦੀ ਦਾਤ ਪ੍ਰਾਪਤ ਕਰ ਲਈ। ਅਸੀਂ ਦਿਨ ਰਾਤ ਸ਼ਬਦ ਨਾਲ ਜੁੜੀਏ, ਨਾਮ ਦਾ ਅਭਿਆਸ ਕਰੀਏ, ਸਾਡਾ ਹਿਰਦਾ ਐਸਾ ਬਣ ਜਾਵੇ ਜਿੱਥੇ ਨਾਮ ਟਿਕ ਸਕੇ। ਤਦੋਂ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਨਾਮ ਦੀ ਦਾਤ ਪ੍ਰਾਪਤ ਕਰਕੇ ਕੀ ਮਿਹਰਾਂ ਹੁੰਦੀਆਂ ਨੇ ਉਹ ਸਤਿਗੁਰੂ ਸਾਨੂੰ ਦੱਸਦੇ ਹਨ। ਸਤਿਗੁਰ ਮੋਕੋ ਕੀਨੋ ਦਾਨ, ਅਮੋਲ ਰਤਨ ਹਰ ਦੀਨੋ ਨਾਮ। ਸਤਿਗੁਰਾਂ ਨੇ ਮੈਨੂੰ ਇਹ ਦਾਨ ਦਿੱਤਾ ਹੈ, ਜੋ ਵਾਹਿਗੁਰੂ ਦਾ ਨਾਮ ਰੂਪ ਅਮੋਲਕ ਰਤਨ ਹੈ, ਇਹ ਮੇਰੇ ਹਿਰਦੇ ਰੂਪ ਝੋਲੀ ਵਿੱਚ ਦਾਨ ਪਾ ਦਿੱਤਾ। ਸਹਿਜ ਵਿਨੋਦ ਚੋਜ ਅਨੰਤਾ। ਸਹਿਜ ਜੋ ਸਰੂਪ ਪਰਮਾਤਮਾ ਹੈ, ਜਿਸ ਦੇ ਅਸਚਰਜ ਕੌਤਕ ਹਨ, ਹੁਣ ਉਹ ਮੇਰੇ ਜੀਵਨ ਵਿੱਚ ਚੋਜ ਕਰਨ ਵਾਲਾ ਹੈ। ਅਨੰਤਾ ਜੋ ਅੰਤ ਤੋਂ ਰਹਿਤ ਹੈ। ਮੇਰੇ ਤਾਈ ਸਹਿਜ ਵਿਨੋਦ, ਸਹਿਜ ਅਵਸਥਾ ਪ੍ਰਾਪਤ ਹੋਈ। ਜਿਸ ਤਰ੍ਹਾਂ ਭਗਤ ਕਬੀਰ ਜੀ ਬਚਨ ਕਰਦੇ ਨੇ, ਜੋ ਕਿਛ ਹੁਆ ਸੋ ਪ੍ਰਭ ਕਾ ਭਾਣਾ, ਜੋ ਇਵ ਬੂਝੈ ਸੋ ਸਹਿਜ ਸਮਾਨਾ। ਜੋ ਹੋ ਗਿਆ ਜੀਵਨ ਦੇ ਅੰਦਰ ਪ੍ਰਭੂ ਦਾ ਭਾਣਾ ਸੀ, ਜੋ ਹੋਵੇਗਾ ਪਰਮੇਸ਼ਰ ਦਾ ਭਾਣਾ ਹੈ। ਜਿਸ ਨੇ ਇਸ ਤਰ੍ਹਾਂ ਬੁੱਝ ਲਿਆ ਹੈ ਉਹ ਸਹਿਜ ਅਵਸਥਾ ਵਿੱਚ ਸਮਾ ਜਾਂਦਾ ਹੈ। ਜੋ ਮਾਲਕ ਕਰ ਰਿਹਾ ਹੈ ਨਾ, ਦੇਖੋ ਦਿਨ ਆਉਂਦਾ ਹੈ, ਛਿਪ ਜਾਂਦਾ ਹੈ, ਰਾਤ ਆਉਂਦੀ ਹੈ, ਦਿਨ ਚੜ ਜਾਂਦਾ ਹੈ। ਇਸ ਤਰ੍ਹਾਂ ਰੁੱਤਾਂ ਆਉਂਦੀਆਂ ਨੇ, ਮਹੀਨੇ ਆਉਂਦੇ ਨੇ, ਕਿਤੇ ਗਰਮੀ, ਕਿਤੇ ਸਰਦੀ, ਕਿਤੇ ਪਤਝੜ, ਕਿਤੇ ਬਸੰਤ, ਕਿਤੇ ਬਰਸਾਤ। ਸਭ ਕੁਝ ਪਰਮਾਤਮਾ ਨੇ ਬਣਾਇਆ ਹੈ। ਇੱਕ ਨਿਯਮ ਵਿੱਚ ਚੱਲ ਰਿਹਾ ਹੈ ਔਰ ਦੁਨੀਆ ਬੜੇ ਨਿਯਮ ਵਿੱਚ ਚੱਲਦੀ ਹੈ। ਜੇ ਦਿਨ ਕਾਹਲੀ ਦੇ ਨਾਲ ਲੰਘ ਜਾਵੇ, ਰਾਤ ਹੌਲੀ ਹੋ ਜੇ, ਤਾਂ ਵੀ ਗੱਲ ਨਹੀਂ ਬਣਦੀ।
ਜੇ ਰਾਤ ਛੇਤੀ ਬਤੀਤ ਹੋ ਜਾਵੇ ਤੇ ਦਿਨ ਚੜ੍ਹ ਜਾਵੇ 12 ਵਜੇ, ਅਸੀਂ ਕਹਾਂਗੇ ਅੱਜ ਕੀ ਬਣ ਗਿਆ। ਪਰ ਨਹੀਂ, ਵਾਹਿਗੁਰੂ ਨੇ ਸਭ ਕੁਝ ਇੱਕ ਲੜੀ ਵਿੱਚ, ਇੱਕ ਮਰਿਆਦਾ ਵਿੱਚ ਰੱਖਣਾ ਕੀਤਾ ਹੈ, ਔਰ ਉਹੀ ਸਭ ਕੁਝ ਕਰਦਾ ਹੈ। ਇਸ ਤਰ੍ਹਾਂ ਹੀ ਜੀਵਨ ਹੈ ਸਾਧ ਸੰਗਤ। ਜੀਵਨ ਦੇ ਅੰਦਰ ਜੋ ਦੁੱਖ ਤੇ ਸੁੱਖ ਹਨ, ਉਹ ਜੀਵ ਦੇ ਕਰਮਾਂ ਅਨੁਸਾਰ ਨੇ। ਦੁੱਖ ਸੁੱਖ ਪਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ। ਜਦੋਂ ਤਾਂ ਇਹ ਸਮਝ ਲਿਆ ਕਿ ਦੁੱਖ ਸੁੱਖ ਮੇਰੇ ਕਰਮਾਂ ਦੇ ਹੀ ਹਨ, ਔਰ ਮੈਂ ਆਪਣੇ ਕਰਮਾਂ ਦਾ ਹੀ ਫਲ ਭੋਗ ਰਿਹਾ ਹਾਂ, ਤੇ ਪਰਮਾਤਮਾ ਨੇ ਮੈਨੂੰ ਇਹ ਇੱਕ ਮਨੁੱਖਾ ਜਨਮ ਬਖਸ਼ਿਆ ਹੈ ਆਪਣੇ ਨਾਲ ਮਿਲਣ ਵਾਸਤੇ, ਤਦੋਂ ਜੀਵ ਗੁਰੂ ਨਾਲ ਜੁੜ ਕੇ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ। ਗਿਆਨੀਆਂ ਦਾ ਧਨ ਨਾਮ ਹੈ, ਸਹਿਜ ਕਰੇ ਵਿਚਾਰ। ਇਸ ਲਈ ਮਹਾਰਾਜ ਨੇ ਬਚਨ ਕੀਤੇ, ਜਿਹੜੇ ਗਿਆਨਵਾਨ ਨੇ ਉਹਨਾਂ ਨੂੰ ਨਾਮ ਰੂਪ ਧਨ ਪ੍ਰਾਪਤ ਹੋਇਆ, ਔਰ ਸਹਿਜੇ ਵਿਚਾਰ ਕਰਦੇ ਗਏ, ਸਹਿਜ ਵਿਨੋਦ। ਹੁਣ ਨਾਮ ਰੂਪ ਰਤਨ ਪ੍ਰਾਪਤ ਹੋ ਗਿਆ ਤਾਂ ਸਹਿਜ ਅਵਸਥਾ ਦੇ ਵਿੱਚ ਵਿਨੋਦ ਕੌਤਕ ਹੋ ਰਹੇ ਨੇ। ਇਹ ਅਸਚਰਜ ਨੇ ਜਿਹੜੇ ਕੌਤਕ ਹੋ ਰਹੇ ਨੇ, ਅਸਚਰਜ ਅਨੰਤਾ। ਉਹ ਪਰਮਾਤਮਾ ਜੋ ਅੰਤ ਤੋਂ ਰਹਿਤ ਹੈ, ਉਹ ਸਾਡੇ ਤਾਈਂ ਪ੍ਰਾਪਤ ਹੋਇਆ। ਨਾਨਕ ਕੋ ਕਬ ਮਿਲਿਓ ਅਚਿੰਤਾ। ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸਾਡੇ ਤਾਈਂ ਉਹ ਅਚਿੰਤ ਜੋ ਪਰਮਾਤਮਾ ਹੈ, ਸਾਰੀਆਂ ਚਿੰਤਾ ਤੋਂ ਰਹਿਤ, ਉਹ ਆ ਕੇ ਮਿਲਿਆ। ਜਦੋਂ ਪਰਮਾਤਮਾ ਮਿਲ ਗਿਆ ਤੇ ਅਸੀਂ ਚਿੰਤਾ ਤੋਂ ਰਹਿਤ ਹੋ ਗਏ, ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹੀ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਾਤ। ਹੁਣ ਇਹ ਮਨ ਵਿੱਚ ਇੱਕ ਅਵਸਥਾ ਬਣ ਗਈ ਹੈ, ਮਨ ਵਿੱਚ ਸੁਧੇ ਸਹਿਤ ਇਹ ਟਿਕਾ ਹੋ ਗਿਆ ਹੈ ਕਿ ਜੋ ਕਰਦਾ ਹੈ ਪਰਮਾਤਮਾ ਹੀ ਕਰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਸ ਪਰਮਾਤਮਾ ਨੂੰ ਸਾਰੀ ਚਿੰਤਾ ਹੈ। ਜਲ ਮੈਂ ਜੀਅ ਉਪਾਇ ਕੈ ਤਿਨਾ ਪੇਸਾਰ ਕਰੇ। ਪਾਣੀ ਵਿੱਚ ਵੀ ਜੀਵ ਪੈਦਾ ਕੀਤੇ, ਉਹਨਾਂ ਦੀ ਸੰਭਾਲ ਕਰਦਾ ਹੈ। ਚਿੰਤਾ ਤਾਂ ਕੀ ਕੀਜੀਐ ਜੇ ਅਨਹੋਣੀ ਹੋਏ। ਜੇ ਕੋਈ ਅਣਹੋਣੀ ਹੋ ਜਾਵੇ ਤਦੋਂ ਹੀ ਚਿੰਤਾ ਕਰੀਏ ਨਾ, ਪਰ ਹੋਈ ਉਹ ਰਿਹਾ ਹੈ ਜੋ ਪਰਮਾਤਮਾ ਕਰਦਾ ਹੈ। ਕਦੇ ਦਿਨ ਦੀ ਥਾਂ ਰਾਤ ਨਹੀਂ ਆਈ, ਕਦੇ ਰਾਤ ਦੀ ਥਾਂ ਦਿਨ ਨਹੀਂ ਆਇਆ। ਕਦੇ ਗਰਮੀ ਦੀ ਥਾਂ ਸਰਦੀ ਨਹੀਂ ਆਈ, ਕਦੇ ਸਰਦੀ ਦੀ ਥਾਂ ਗਰਮੀ ਨਹੀਂ ਆਈ। ਕਦੇ ਰੁੱਤਾਂ ਬਦਲੀਆਂ। ਸਤਿਗੁਰੂ ਮਹਾਰਾਜ ਕਹਿੰਦੇ, ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਹੀ ਕਰਦਾ ਹੈ। ਚਿੰਤਾ ਤਾਂ ਹੀ ਕਰੀਏ ਜੇ ਕੋਈ ਅਣਹੋਣੀ ਖੇਡ ਹੋ ਜਾਵੇ। ਬਾਲਕ ਅਵਸਥਾ ਤੋਂ ਅੱਗੇ ਜਵਾਨ ਅਵਸਥਾ ਹੁੰਦੀ ਹੈ, ਜਵਾਨੀ ਤੋਂ ਅੱਗੇ ਵਡੇਪਾ ਆਉਂਦਾ ਹੈ। ਕਦੇ ਇਹ ਆਇਆ ਕਿ ਪਹਿਲਾਂ ਵਡੇਪਾ ਆਇਆ ਹੋਵੇ ਫਿਰ ਜਵਾਨੀ ਆ ਗਈ, ਕਦੇ ਨਹੀਂ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ, ਜੋ ਕੁਝ ਹੋ ਰਿਹਾ ਹੈ ਉਸ ਮਾਲਕ ਦੇ ਹੁਕਮ ਵਿੱਚ, ਤਾਂ ਫਿਰ ਕਿਸ ਗੱਲ ਦੀ ਚਿੰਤਾ ਕਰੀਏ। ਇਹ ਅਚਿੰਤ ਅਵਸਥਾ ਪ੍ਰਾਪਤ ਹੋ ਗਈ। ਅਚਿੰਤ ਹੀ ਪਰਮਾਤਮਾ ਆਪੇ ਸਾਨੂੰ ਆ ਕੇ ਮਿਲ ਪਿਆ। ਕਹੋ ਨਾਨਕ ਕੀਰਤ ਹਰਿ ਸਾਚੀ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਭਾਈ ਜੋ ਹਰੀ ਪਰਮਾਤਮਾ ਦੀ ਕੀਰਤੀ ਹੈ ਉਹ ਸੱਚੀ ਹੈ, ਉਹ ਸਦਾ ਰਹਿਣ ਵਾਲੀ ਹੈ, ਤਿੰਨ ਕਾਲ ਸਮਿਆਂ ਦੇ ਵਿੱਚ ਰਹਿਣ ਵਾਲੀ ਹੈ। ਉਹ ਪਰਮਾਤਮਾ ਦੀ ਵਡਿਆਈ ਐਸੀ ਹੈ, ਜਿਸ ਨੇ ਸੰਸਾਰ ਨੂੰ ਪੈਦਾ ਕੀਤਾ, ਉਹ ਸੰਸਾਰ ਨੂੰ ਚਲਾ ਵੀ ਰਿਹਾ ਹੈ। ਭਗਤਾਂ ਦੀ ਰੱਖਿਆ ਕਰਦਾ ਹੈ, ਪ੍ਰਤਿਪਾਲਨਾ ਕਰਦਾ ਹੈ। ਸਾਰੇ ਜੀਵਾਂ ਨੂੰ ਉਹੀ ਪੈਦਾ ਕਰਨ ਵਾਲਾ ਹੈ। ਉਸ ਪਰਮਾਤਮਾ ਦੇ ਦਰ ਤੇ ਜੋ ਨਿਆਂ ਹੈ ਉਹ ਸੱਚ ਹੈ,
ਉਹ ਪਰਮਾਤਮਾ ਧਰਮੀਆਂ ਨੂੰ ਧਰਮ ਦਾ ਫਲ ਦਿੰਦਾ ਹੈ, ਅਧਰਮੀਆਂ ਨੂੰ ਅਧਰਮ ਦਾ ਫਲ ਦਿੰਦਾ ਹੈ। ਜੇ ਕੋਈ ਆਪਣੇ ਜੀਵਨ ਅੰਦਰ ਸੱਚ ਨਾਲ ਜੁੜ ਕੇ ਰਹਿੰਦਾ ਹੈ ਨਾ, ਤਾਂ ਉਸ ਨੂੰ ਸੱਚਾ ਹੀ ਕਿਹਾ ਜਾਂਦਾ ਹੈ ਸਾਧ ਸੰਗਤ। ਜੇ ਕੋਈ ਝੂਠ ਨਾਲ ਜੁੜ ਕੇ ਰਹਿੰਦਾ ਹੈ ਤਾਂ ਅੰਤ ਨੂੰ ਉਹਦਾ ਨਾਮ ਝੂਠਾ ਹੀ ਪੈ ਜਾਂਦਾ ਹੈ। ਪਰਮਾਤਮਾ ਦੀ ਜੋ ਵਡਿਆਈ ਹੈ ਭਗਤਾਂ ਨੇ ਕੀਤੀ, ਉਹ ਸਦਾ ਹੀ ਸਤਿਗੁਰੂ ਕਹਿੰਦੇ ਭਾਈ ਸੱਚੀ ਹੈ। ਬੋਹਰ ਬੋਹਰ ਤਿਸ ਸੰਗ ਮਨ ਰਾਖੀ। ਬੋਹਰ ਦੁਬਾਰਾ ਦੁਬਾਰਾ, ਤਿਸ ਦੇ ਨਾਲ ਸਾਡਾ ਮਨ ਰਚ ਗਿਆ ਹੈ, ਮਿਲ ਗਿਆ ਹੈ। ਜੋ ਪ੍ਰਭੂ ਦੀ ਵਡਿਆਈ ਹੈ ਨਾ, ਉਹਦੇ ਨਾਲ ਸਾਡੀ ਜਿਹੜੀ ਸੁਰਤ ਹੈ ਵਾਰ-ਵਾਰ ਮਹਾਰਾਜ ਕਹਿੰਦੇ ਮਿਲੀ ਹੈ, ਜਨਮ ਦਰ ਜਨਮ। ਜੋ ਪਰਮਾਤਮਾ ਹੈ ਸਾਧ ਸੰਗਤ, ਗੁਰਮੁਖਾਂ ਨੇ ਜਨਮ ਦਰ ਜਨਮ ਉਸ ਨੂੰ ਧਿਆਇਆ। ਮਾਇਆ ਜਿਹੜੀ ਹੈ, ਜਿਹੜੀ ਇਸ ਜਨਮ ਵਿੱਚ ਸਾਨੂੰ ਪ੍ਰਾਪਤ ਹੋਈ, ਉਹ ਅਗਲੇ ਜਨਮ ਵਿੱਚ ਪ੍ਰਾਪਤ ਨਹੀਂ ਹੋਵੇਗੀ। ਪਰ ਭਗਤ ਕਬੀਰ ਜੀ ਕਹਿੰਦੇ, ਜੋ ਘਟ ਜਾਏ ਤਾਂ ਭਾਉ ਨਾ ਜਾਸੀ, ਹਰ ਕੈ ਚਰਨ ਨਿਵਾਸਾ। ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ ਹੈ ਨਾ, ਉਸ ਨਾਲ ਤੂੰ ਪ੍ਰੇਮ ਪਾ। ਇਹ ਪ੍ਰੇਮ ਸੱਚਾ ਹੋਵੇਗਾ। ਜੇ ਇਸ ਜਨਮ ਵਿੱਚ ਤੂੰ ਪਰਮਾਤਮਾ ਨੂੰ ਪ੍ਰੇਮ ਕੀਤਾ ਹੈ, ਉਹਦੀ ਬੰਦਗੀ ਕੀਤੀ ਹੈ, ਉਹਦਾ ਭਾਣਾ ਮੰਨਿਆ ਤੇ ਤੈਨੂੰ ਅਵਸਥਾ ਮਿਲ ਗਈ, ਉਹ ਅਗਲੇ ਜਨਮ ਵਿੱਚ ਵੀ ਪ੍ਰਾਪਤ ਹੋਵੇਗੀ। ਜਿਵੇਂ ਮਹਾਂਪੁਰਖ ਕਿਹਾ ਕਰਦੇ, ਜੇ ਕੋਈ ਅੰਮ੍ਰਿਤ ਛਕ ਲੈਂਦਾ ਹੈ ਪਰ ਉਹਦੇ ਕੋਲੋਂ ਬੰਦਗੀ ਨਹੀਂ ਹੁੰਦੀ। ਅਸੀਂ ਦੇਖਦੇ ਹਾਂ ਕਈ ਮਨੁੱਖ ਅੰਮ੍ਰਿਤ ਛਕਦੇ ਨੇ ਪਰ ਉਹ ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਰਹਿਤ ਨਹੀਂ ਰੱਖਦੇ, ਕੇਵਲ ਆਪਣੇ ਵਿਵਹਾਰ ਵਾਸਤੇ ਜੀਵਨ ਬਤੀਤ ਕਰਦੇ ਨੇ। ਅੰਮ੍ਰਿਤ ਛਕਿਆ, ਬੰਦਗੀ ਨਹੀਂ ਕੀਤੀ, ਤਾਂ ਪਰਮਾਤਮਾ ਮੌਕਾ ਤੈਨੂੰ ਦੇਵੇਗਾ, ਅਗਲੇ ਜਨਮ ਵਿੱਚ ਤੈਨੂੰ ਬੰਦਗੀ ਕਰਨੀ ਸਮਾਂ ਮਿਲ ਜਾਵੇਗਾ। ਅਗਲੇ ਜਨਮ ਵਿੱਚ ਤੈਨੂੰ ਗੁਰਮੁਖਾਂ ਦੇ ਘਰ ਜਨਮ ਮਿਲੇਗਾ, ਉੱਥੇ ਅੰਮ੍ਰਿਤ ਵੀ ਮਿਲੇਗਾ ਤੇ ਨਿਤਨੇਮ ਬੰਦਗੀ ਵੀ ਮਿਲੇਗੀ। ਨਿਤਨੇਮ ਕਰਦਿਆਂ, ਬੰਦਗੀ ਕਰਦਿਆਂ ਜੇ ਫਿਰ ਵੀ ਮਨ ਵਿੱਚ ਵਾਸਨਾ ਰਹਿ ਗਈ ਕਿ ਮੈਨੂੰ ਹੋਰ ਜੀਵਨ ਚਾਹੀਦਾ ਹੈ, ਮੈਨੂੰ ਹੋਰ ਸੁੱਖ ਚਾਹੀਦੇ ਨੇ, ਤਾਂ ਪਰਮਾਤਮਾ ਵਾਹਿਗੁਰੂ ਫਿਰ ਆਪਣੇ ਗੁਰਸਿੱਖਾਂ ਦੇ ਘਰ ਜਨਮ ਦੇ ਕਰਕੇ ਤੈਨੂੰ ਅੰਮ੍ਰਿਤ ਵੀ ਦੇਵੇਗਾ ਤੇ ਬੰਦਗੀ ਵੀ ਦੇਵੇਗਾ। ਤੇਰੇ ਅੰਦਰ ਦੀਆਂ ਇੱਛਾ ਵੀ ਪੂਰੀਆਂ ਕਰੇਗਾ। ਜਿੰਨਾ ਸਮਾਂ ਤੂੰ ਸੁੱਧ ਨਹੀਂ ਹੋ ਜਾਂਦਾ, ਜਿੰਨਾ ਸਮਾਂ ਤੂੰ ਪਰਮਾਤਮਾ ਨੂੰ ਮਿਲ ਨਹੀਂ ਜਾਂਦਾ, ਉਹਨਾਂ ਸਮਾਂ ਤੈਨੂੰ ਮੌਕਾ ਜ਼ਰੂਰ ਦੇਵੇਗਾ। ਜਿਹੜਾ ਇਸ ਜਨਮ ਵਿੱਚ ਤੂੰ ਪਰਮਾਤਮਾ ਦੇ ਨਾਮ ਨੂੰ ਜਪ ਕੇ ਲਾਹਾ ਖੱਟਿਆ, ਉਹ ਤੈਨੂੰ ਅਗਲੇ ਜਨਮ ਵਿੱਚ ਵੀ ਪ੍ਰਾਪਤ ਹੋਵੇਗਾ। ਜਿੱਥੇ ਤੇਰੀ ਸੁਰਤ ਨੇ ਜਾ ਕੇ ਪਰਮਾਤਮਾ ਦੇ ਨਾਲ ਮਿਲਣਾ, ਉਹ ਤੈਨੂੰ ਜਨਮ ਦਰ ਜਨਮ ਪ੍ਰਾਪਤ ਹੋਵੇਗੀ। ਉਹ ਅਵਸਥਾ ਬਣੀ ਰਹਿੰਦੀ ਹੈ। ਅਸੀਂ ਦੇਖਦੇ ਹਾਂ ਨਾ ਕਿ ਮਨੁੱਖ ਦੁਨੀਆ ਦੇ ਧਨ ਦੌਲਤ ਸਭ ਕੁਝ ਛੱਡ ਕੇ ਚਲਿਆ ਜਾਂਦਾ ਹੈ ਤੇ ਉਹਦੇ ਅੱਗੇ ਬੱਚਿਆਂ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹਦੀ ਪੀੜ੍ਹੀ ਦੇ ਵਿੱਚ ਉਹ ਵੰਡਿਆ ਜਾਂਦਾ ਹੈ। ਪਰ ਸਾਧ ਸੰਗਤ, ਜਿਹੜਾ ਨਾਮ ਰੂਪ ਖਜ਼ਾਨਾ ਹੈ, ਇਹ ਕਿਸੇ ਕੋਲੋਂ ਇਸ ਤਰ੍ਹਾਂ ਨਹੀਂ ਵੰਡਿਆ ਜਾਂਦਾ। ਜੇ ਕਿਸੇ ਗੁਰਮੁਖ ਨੇ ਨਾਮ ਜਪਿਆ ਤਾਂ ਉਹਦੀ ਸੰਗਤ ਕਰੇ, ਉਹਦੇ ਨਾਲ ਰਹਿ ਕਰਕੇ ਜੀਵਨ ਕਮਾਵੇ, ਤਦੋਂ ਤਾਂ ਇਹ ਖਜ਼ਾਨਾ ਵੰਡਿਆ ਜਾਂਦਾ ਹੈ। ਗੁਣਾ ਕਾ ਹੋਵੇ ਵਾਸਲਾ ਘਟ ਵਾਸ ਲਹੀਚੈ, ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀਚੈ। ਤਦੋਂ ਤਾਂ ਇਹ ਗੁਣ ਸਾਂਝੇ ਹੋ ਜਾਂਦੇ ਨੇ। ਜੇ ਅਸੀਂ ਕਹੀਏ ਕਿ ਜਿਸ ਇਨਸਾਨ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਉਸ ਦੀ ਬੰਦਗੀ ਦੇ ਵਿੱਚੋਂ ਉਹਦੇ ਪੁੱਤਰਾਂ ਨੂੰ ਵੀ ਕੋਈ ਹਿੱਸਾ ਮਿਲ ਜਾਵੇਗਾ, ਇਹ ਨਹੀਂ ਹੋ ਸਕਦਾ।
ਜਿਹੜੀ ਤੂੰ ਬੰਦਗੀ ਕਰਦਾ ਹੈ ਇਹ ਤੇਰੇ ਆਤਮਾ ਦੇ ਨਾਲ ਰਹਿਣੀ ਹੈ, ਔਰ ਤੈਨੂੰ ਇਹ ਅਗਲੇ ਜਨਮ ਵਿੱਚ ਵੀ, ਜੇ ਇਸ ਜਨਮ ਵਿੱਚ ਪਰਮਾਤਮਾ ਨਾਲ ਨਹੀਂ ਮਿਲ ਸਕਿਆ, ਉਹ ਪ੍ਰਾਪਤ ਹੋਵੇਗੀ, ਉਹ ਅਵਸਥਾ ਬਣ ਰਹੇਗੀ। ਬਹੁਰ ਬਹੁਰ ਤਿਸ ਸੰਗ ਮਨ ਰਾਜੀ। ਦੁਬਾਰਾ ਦੁਬਾਰਾ ਸਤਿਗੁਰੂ ਕਹਿੰਦੇ ਜਿਸ ਪ੍ਰਭੂ ਦੇ ਨਾਲ ਸਾਡਾ ਮਨ ਰਾਜੀ ਮਿਲ ਗਿਆ ਹੈ, ਵਾਰ ਵਾਰ ਮਿਲਿਆ। ਬਹੁਤੇ ਜਨਮਾਂ ਵਿੱਚ ਵੀ ਵਿਛੜੇ ਹੋਏ ਸੀ, ਪਰ ਸੁਰਤ ਹੁਣ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਜਾਣਾ ਕੀਤੀ ਹੈ। ਬਹੁਰ ਬਹੁਰ ਤਿਸ ਸੰਗ ਮਨ ਰਾਜੀ। ਵਾਰ ਵਾਰ ਮਨ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਣਾ ਹੀ ਚਾਹੁੰਦਾ ਹੈ। ਰਹਾਓ ਅਚੰਤ ਹਮਾਰੇ ਭੋਜਨ ਪਾਓ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਅਚੰਤ ਹਮਾਰੇ, ਸਾਡੇ ਵਾਸਤੇ ਅਚੰਤ ਜੋ ਪਰਮਾਤਮਾ ਵਾਹਿਗੁਰੂ ਹੈ, ਉਸ ਦਾ ਭਾਵ ਪ੍ਰੇਮ ਹੀ ਭੋਜਨ ਬਣ ਗਿਆ। ਹੁਣ ਅਸੀਂ ਪ੍ਰਭੂ ਦੇ ਪ੍ਰੇਮ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਭਗਤ ਰਵਿਦਾਸ ਜੀ ਕਹਿੰਦੇ, हे ਪ੍ਰਭੂ, ਅਸੀਂ ਤੇਰੇ ਨਾਲ ਸੱਚਾ ਪ੍ਰੇਮ ਜੋੜਿਆ ਹੈ। ਤੁਮ ਨਾ ਤੋਰੋ ਤੋ ਹਮ ਨਹੀਂ ਤੋ ਰਹੇ, ਤੁਮ ਸਿਓ ਤੋਰ ਕਵਨ ਸਿਓ ਜੋ ਰਹੇ। हे ਪ੍ਰਭੂ, ਤੁਮ ਨ ਤੋਰਹੁ, ਜੇ ਤੂੰ ਤੋੜ ਦਵੇਂ ਤਾਂ ਵੀ ਅਸੀਂ ਇਹ ਪ੍ਰੇਮ ਤੋੜਾਂਗੇ ਨਹੀਂ। ਕਿਉਂ? ਤੇਰੇ ਵਰਗਾ ਹੈ ਹੀ ਹੋਰ ਕੋਈ ਨਹੀਂ ਜਿਹਦੇ ਨਾਲ ਇਹੋ ਜਿਹਾ ਪ੍ਰੇਮ ਲਾ ਲਈਏ, ਤੂੰ ਹੀ ਇੱਕ ਹੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਬਚਨ ਕੀਤੇ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹਨ, ਉਹਨਾਂ ਵਾਸਤੇ ਜੀਵਨ ਹੀ ਐਸਾ ਹੈ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ। ਨਿਮਕ ਨ ਨਿਸਰੋ ਮਨ ਤੇ, ਹਰ ਹਰ ਸਾਧ ਸੰਗਤ ਮਹਿ ਪਾਇਆ। ਉਹਨਾਂ ਨੇ ਨਾਮ ਨੂੰ ਭੋਜਨ ਹੀ ਪ੍ਰਾਪਤ ਕੀਤਾ। ਭੋ ਜਨ, ਹੇ ਜਨ ਪੁਰਸ਼, ਜੋ ਪਰਮਾਤਮਾ ਦਾ ਭਾਵ ਪ੍ਰੇਮ ਹੈ, ਇਹੀ ਸਾਡੇ ਵਾਸਤੇ ਭੋਜਨ ਬਣ ਗਿਆ ਹੈ। ਅਚੰਤ ਹਮਾਰੇ ਨੀਚੇ ਨਾਓ। ਅਚੰਤ ਜੋ ਪ੍ਰਭੂ ਪਰਮਾਤਮਾ ਹੈ, ਉਸ ਦੇ ਨਾਲ ਮਿਲ ਕਰਕੇ ਹੁਣ ਸਾਡੇ ਹਿਰਦੇ ਵਿੱਚ ਨਾਮ ਨੂੰ ਪ੍ਰਾਪਤ ਕੀਤਾ। ਅਚੰਤ ਹਮਾਰੇ ਨੀਚੇ ਨਾਓ। ਅਸੀਂ ਅਚੰਤ ਚਿੰਤਾ ਤੋਂ ਰਹਿਤ ਹੋ ਗਏ ਹਾਂ, ਔਰ ਸਾਡੇ ਹਿਰਦੇ ਵਿੱਚ ਹੁਣ ਨਾਮ ਲਿਆ ਹੈ। ਨਾਮ ਹੀ ਅਸੀਂ ਸਤਿਗੁਰਾਂ ਤੋਂ ਪ੍ਰਾਪਤ ਕੀਤਾ ਹੈ, ਚਿੰਤਾ ਤੋਂ ਰਹਿਤ ਹੋਣ ਕਰਕੇ। ਅਚੰਤ ਹਮਾਰੇ ਤਪਤ ਉਧਾਰ। ਅਚਿੰਤ ਚਿੰਤਾ ਤੋਂ ਰਹਿਤ ਹੋਣ ਕਰਕੇ ਸਾਡਾ ਗੁਰੂ ਦੇ ਸ਼ਬਦ ਨਾਲ ਮਿਲ ਕੇ ਉਧਾਰ ਕਲਿਆਣ ਹੋ ਗਿਆ। ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਨਾ, ਵੀ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਕਰਨੀ, ਜੋ ਹੋਣਾ ਉਸ ਮਾਲਕ ਦੇ ਹੁਕਮ ਵਿੱਚ ਹੈ। ਬੰਦਾ ਬੜੇ ਯਤਨ ਕਰਦਾ ਹੈ, ਬੜੇ ਉਤਮ ਕਰਦਾ ਹੈ, ਪਰ ਫਿਰ ਵੀ ਜੋ ਮਾਲਕ ਕਰਦਾ ਹੈ ਉਹੀ ਹੁੰਦਾ ਹੈ। ਸਾਧ ਸੰਗਤ, ਭਗਤ ਕਬੀਰ ਜੀ ਕਹਿੰਦੇ, ਜੇ ਜੋ ਮੈਂ ਚਿਤਵਾ ਨਾ ਕਰੇ ਕਿਆ ਮੇਰੇ ਚਿਤਵੇ ਹੋਏ। ਜੋ ਮੈਂ ਚਾਹੁੰਦਾ ਹਾਂ ਕਰਨਾ, ਉਹ ਪਰਮਾਤਮਾ ਨਹੀਂ ਕਰਦਾ। ਤੇ ਫਿਰ ਜਦੋਂ ਉਹ ਹੋਣਾ ਹੀ ਨਹੀਂ ਹੈ, ਫਿਰ ਮੇਰੇ ਚਿਤਵਨ ਦੇ ਨਾਲ ਕੀ? ਵਿਅਰਥ ਹੀ ਹੈ ਨਾ ਚਿਤਵਨਾ। ਜਿਹੜਾ ਮਨ ਦੇ ਵਿੱਚ ਦੌੜਦੇ ਰਹਿਣਾ ਹੈ ਚੰਚਲ ਹੋ ਕਰਕੇ, ਇਹ ਵਿਅਰਥ ਹੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ, ਅਸੀਂ ਅਚਿੰਤ ਹੋ ਗਏ ਹਾਂ ਹੁਣ, ਔਰ ਅਚਿੰਤ ਹੋਣ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਤਾਂ ਸਾਡਾ ਕਲਿਆਣ ਹੋ ਗਿਆ। ਅਚੰਤ ਹਮਾਰੇ ਭਰੇ ਭੰਡਾਰ। ਅਚਿੰਤ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਕੇ ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਜਾਣਾ ਕੀਤਾ, ਤਾਂ ਸਾਡੇ ਹਿਰਦੇ ਗੁਰੂ ਦੇ ਸ਼ਬਦ ਨਾਲ, ਭਗਤੀ ਦੇ ਨਾਲ, ਨਾਮ ਦੇ ਨਾਲ ਭਰੇ ਗਏ। ਜਿਹੜਾ ਸਾਡਾ ਹਿਰਦਾ ਹੈ ਨਾ, ਜਿਵੇਂ ਇੱਕ ਭੰਡਾਰਾ ਹੁੰਦਾ ਹੈ, ਖਜ਼ਾਨਾ ਹੁੰਦਾ ਹੈ, ਇਸ ਤਰ੍ਹਾਂ ਨਾਮ ਦੇ ਨਾਲ ਭਰ ਗਿਆ। ਅਚੰਤ ਹਮਾਰੇ ਕਾਰਜ ਪੂਰੇ। ਚਿੰਤ
ਚਿੰਤਾ ਤੋਂ ਰਹਿਤ ਹੋਣ ਕਰਕੇ ਸਾਡੇ ਦੁਨੀਆ ਦੇ ਤੇ ਅੱਗੇ ਪਰਲੋਕ ਦੇ ਸਾਰੇ ਹੀ ਕਾਰਜ ਪੂਰੇ ਹੋ ਗਏ। ਹੁਣ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ, ਸਾਰੇ ਕਾਰਜ ਆਪੇ ਹੀ ਪੂਰੇ ਹੋ ਜਾਂਦੇ ਹਨ। ਅਚੰਤ ਹਮਾਰੇ ਲਖੇ ਸੂਰੇ। ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਤਾਂ ਜਿਹੜੇ ਸਾਡੇ ਜੀਵਨ ਅੰਦਰ ਝੋਰੇ ਸਨ, ਉਦਾਸੀ ਸੀ, ਇਹ ਸਾਰੀ ਹੀ ਲੱਥੀ ਦੂਰ ਹੋ ਗਈ, ਮਨ ਤੋਂ ਲਹਿ ਜਾਣਾ ਕੀਤੀ। ਅਚੰਤ ਹਮਾਰੇ ਬੈਰੀ ਮਿਤਾ। ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਤਾਂ ਸਾਡੇ ਸਾਰੇ ਜਿੰਨੇ ਵੈਰ ਕਰਨ ਵਾਲੇ, ਦੁਸ਼ਮਣੀਆਂ ਕਰਨ ਵਾਲੇ ਸਨ, ਉਹ ਸਾਰੇ ਹੀ ਮਿੱਤਰ ਬਣ ਗਏ। ਹੁਣ ਸਾਡੇ ਨਾਲ ਕੋਈ ਵੈਰ ਨਹੀਂ ਕਰਦਾ, ਸਾਡਾ ਕੋਈ ਦੁਸ਼ਮਣ ਬਣ ਕੇ ਨਹੀਂ ਆਉਂਦਾ। ਅਚੰਤੋ ਹੀ ਇਹੋ ਮਨ ਵਸ ਕੀਤਾ। ਜਦੋਂ ਅਸੀਂ ਪਰਮਾਤਮਾ ਜੋ ਅਚਿੰਤ ਹੈ ਉਸ ਨੂੰ ਜਪਣਾ ਕੀਤਾ ਤਾਂ ਸਾਡਾ ਇਹ ਮਨ ਪਰਮੇਸ਼ਰ ਨੇ ਸਾਡੇ ਵਸ ਵਿੱਚ ਕਰ ਦਿੱਤਾ। ਅਚਿੰਤੋ ਹੀ ਇਹੋ ਮਨ ਵਸ ਕੀਤਾ। ਅਚਿੰਤ ਅਵਸਥਾ ਨੂੰ ਪ੍ਰਾਪਤ ਹੋ ਕੇ ਹੀ ਆਪਣੇ ਮਨ ਨੂੰ ਅਸੀਂ ਵਸ ਕਰ ਲੈਣਾ ਕੀਤਾ। ਜਦੋਂ ਚਿੰਤਾ, ਹੁਣ ਅਸੀਂ ਚਿੰਤਾ ਕਰਦੇ ਹਾਂ, ਅਸੀਂ ਕਹਿੰਦੇ ਹਾਂ ਮੈਨੂੰ ਫਲਾਣੀ ਬੜੀ ਚਿੰਤਾ ਹੈ, ਪਿਓ ਕਹਿੰਦਾ ਮੈਨੂੰ ਪੁੱਤਰਾਂ ਦੀ ਚਿੰਤਾ ਹੈ, ਮੈਨੂੰ ਆਪਣੀ ਔਲਾਦ ਦੀ ਚਿੰਤਾ ਹੈ, ਇਹ ਕੀ ਕਰਨਗੇ? ਪਰ ਸਤਿਗੁਰੂ ਕਹਿੰਦੇ ਤੂੰ ਚਿੰਤਾ ਕਿਸ ਗੱਲ ਦੀ ਕਰਦਾ ਹੈ? ਉਹ ਪਰਮਾਤਮਾ ਸਾਰਿਆਂ ਦੀ ਚਿੰਤਾ ਕਰਨ ਵਾਲਾ ਹੈ, ਜਿਹਨੇ ਸੰਸਾਰ ਵਿੱਚ ਜੀਵ ਨੂੰ ਭੇਜਿਆ ਹੈ, ਉਹਦੇ ਹੁਕਮ ਵਿੱਚ ਹੀ ਜੀਵ ਕਿਰਿਆ ਕਰਦਾ ਹੈ। ਦੇਖੋ ਸੰਸਾਰ ਦੇ ਵਿੱਚ ਉਹ ਬੱਚੇ ਵੀ ਹਨ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ, ਪਰ ਉਹਨਾਂ ਦੀ ਵੀ ਸਾਰ ਸੰਭਾਲ ਹੁੰਦੀ ਹੈ, ਪ੍ਰਤਪਾਲਣਾ ਹੁੰਦੀ ਹੈ ਸਾਧ ਸੰਗਤ। ਸਤਿਗੁਰੂ ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਰਿਆਂ ਦੀ ਚਿੰਤਾ ਕਰਨ ਵਾਲਾ ਹੈ, ਤੇ ਫਿਰ ਤੂੰ ਕਾਹਦੀ ਚਿੰਤਾ ਕਰਦਾ ਹੈ? ਚਿੰਤਤ ਹੀ ਦੀਸੈ ਸਭ ਕੋਇ, ਚੇਤ ਹੈ ਏਕ ਤਹਿ ਸੁਖ ਹੋਏ। ਸਾਰੇ ਸੰਸਾਰ ਚਿੰਤਾ ਵਿੱਚ ਹੈ। ਕੋਈ ਕਹਿੰਦਾ ਹੈ ਕਿ ਮੇਰਾ ਇਹ ਕੰਮ ਨਹੀਂ ਪੂਰਾ ਹੋਇਆ, ਮੇਰੀ ਆਹ ਆਸਾ ਨਹੀਂ ਪੂਰੀ ਹੋਈ, ਮੈਂ ਇਸ ਕਾਰਜ ਵਾਸਤੇ ਬੜਾ ਚਿੰਤਾਵਾਨ ਹਾਂ। ਪਰ ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਰਿਆਂ ਦੀ ਚਿੰਤਾ ਕਰਦਾ ਹੈ। ਹੁਣ ਅਸੀਂ ਸਵਾਸ ਲੈਂਦੇ ਹਾਂ ਔਰ ਸਵਾਸ ਬੜੇ ਕੀਮਤੀ ਨੇ, ਪਰ ਮਹਾਰਾਜ ਕਹਿੰਦੇ ਬੰਦਿਆਂ ਤੂੰ ਕਦੇ ਸਵਾਸਾਂ ਦੀ ਚਿੰਤਾ ਕੀਤੀ ਹੈ? ਵੀ ਹੁਣ ਮੈਂ ਸੌਣ ਲੱਗਿਆ ਤੇ ਸੁੱਤੇ ਪਿਆ ਮੈਨੂੰ ਪਤਾ ਹੀ ਲੱਗਦਾ ਵੀ ਮੈਂ ਕਿੱਥੇ ਪਿਆ ਹੋਣਾ, ਤੇ ਪਰ ਸਵਾਸ ਕਿਵੇਂ ਲਵਾਂਗਾ? ਕਦੇ ਚਿੰਤਾ ਕੀਤੀ ਹੈ? ਕਦੇ ਇਹ ਚਿੰਤਾ ਕੀਤੀ ਹੈ ਕਿ ਅੱਜ ਦੀ ਦਿਹਾੜੀ ਮੈਂ ਸਵਾਸ ਕਿਵੇਂ ਲਵਾਂਗਾ? ਤੈਨੂੰ ਭਰੋਸਾ ਹੈ ਨਾ ਕਿ ਹਵਾ ਹੈ, ਇਸ ਖੁੱਲੇ ਬ੍ਰਹਿਮੰਡ ਦੇ ਵਿੱਚ ਪਰਮਾਤਮਾ ਨੇ ਬੇਅੰਤੀ ਮੈਨੂੰ ਸਵਾਸ ਦੇਣ ਵਾਸਤੇ ਭੰਡਾਰੇ ਹਵਾ ਦੇ ਭਰੇ ਹੋਏ ਨੇ, ਉਹ ਮੈਨੂੰ ਸਵਾਸ ਦੇ ਰਿਹਾ ਹੈ। ਤੈਨੂੰ ਵਿਸ਼ਵਾਸ ਹੈ ਕਿ ਤੂੰ ਚਿੰਤਾ ਨਹੀਂ ਕਰਦਾ, ਫਿਰ ਨਿੱਕੀਆਂ ਨਿੱਕੀਆਂ ਵਸਤੂਆਂ ਦੀ ਚਿੰਤਾ ਕਰੀ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਚਿੰਤਾ ਕਰਨ ਵਾਲਾ ਇੱਕ ਪਰਮਾਤਮਾ ਹੀ ਹੈ, ਤੂੰ ਉਸ ਨੂੰ ਯਾਦ ਕਰ ਤਾਂ ਸੁਖੀ ਹੋ ਜਾਵੇਗਾ। ਤਹੀ ਸੁਖ ਹੋਏ, ਤੈਨੂੰ ਉੱਥੇ ਹੀ ਸੁਖ ਮਿਲ ਜਾਵੇਗਾ। ਅਚਿੰਤੋ ਹੀ ਇਹੋ ਮਨ ਵਸ ਕੀਤਾ। ਜਦੋਂ ਚਿੰਤਾ ਤੋਂ ਰਹਿਤ ਹੋ ਗਏ, ਪਰਮਾਤਮਾ ਨਾਲ ਮਿਲ ਗਏ, ਅਚਿੰਤ ਹੋ ਗਏ, ਤਾਂ ਇਹ ਜਿਹੜਾ ਮਨ ਸੀ ਨਾ ਦੌੜਦਾ ਪਿਆ, ਉਹ ਵਸ ਵਿੱਚ ਆ ਗਿਆ। ਅਚੰਤ ਪ੍ਰਭੂ ਹਮ ਕੀਆ ਦਿਲਾਸਾ। ਅਚਿੰਤ ਪ੍ਰਭੂ ਪਰਮਾਤਮਾ ਨੇ ਸਾਨੂੰ ਦਿਲਾਸਾ, ਭਰੋਸਾ ਦੇਣਾ ਕੀਤਾ, ਵਿਸ਼ਵਾਸ ਦਿਵਾਉਣਾ ਕੀਤਾ। ਜਿਹੜੇ ਗੁਰਮੁਖ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਦ੍ਰਿੜਤਾ ਪੈਦਾ ਹੋ ਜਾਂਦੀ ਹੈ, ਅਟੋਲ ਅਵਸਥਾ ਆ ਜਾਂਦੀ ਹੈ, ਜਿੱਥੇ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ, ਡਿਗੈ ਨਾ ਢੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਦੇਖੋ ਗੁਰਮੁਖਾਂ ਦੇ ਬੰਦ ਨਹੀਂ ਕੱਟੇ ਗਏ। ਮਨੁੱਖ ਦਾ ਇੱਕ ਹੱਥ ਵੱਢਣਾ ਹੋਵੇ ਨਾ, ਉਹਨੂੰ ਚਿੰਤਾ ਪੈ ਜਾਂਦੀ ਹੈ ਮੈਂ ਕਰੂੰਗਾ ਕੀ, ਇਸ ਹੱਥ ਦੇ ਨਾਲ ਤਾਂ ਮੇਰੇ ਸਾਰੇ ਕਾਰਜ ਹੁੰਦੇ ਨੇ, ਰੁਕ ਜਾਣਗੇ।
ਪਰ ਦੇਖੋ ਬੰਦ ਬੰਦ ਕੱਟੇ ਗਏ, ਕੋਈ ਚਿੰਤਾ ਨਹੀਂ। ਔਰ ਕਿਹਾ ਕਿ ਅਸੀਂ ਹੁਣ ਆਪਣੇ ਮਨ ਨੂੰ ਨਾਮ ਵਿੱਚ ਜੋੜਨਾ ਹੈ। ਅੰਦਰ ਇੰਨੀ ਦ੍ਰਿੜਤਾ ਹੈ, ਅਡੋਲ ਅਵਸਥਾ ਹੈ। ਅਚਿੰਤ ਪ੍ਰਭੂ ਹਮ ਕੀਆ ਦਿਲਾਸਾ। ਜੋ ਚਿੰਤਾ ਤੋਂ ਰਹਿਤ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ, ਉਸਨੇ ਸਾਨੂੰ ਸਾਡੇ ਹਿਰਦੇ ਵਿੱਚ ਦਿਲਾਸਾ ਭਰੋਸਾ ਦੇ ਦਿੱਤਾ। ਅਚੰਤ ਹਮਾਰੀ ਪੂਰਨ ਆਸਾ। ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਤਾਂ ਸਤਿਗੁਰੂ ਕਹਿੰਦੇ ਸਾਰੀਆਂ ਆਸਾਂ ਵੀ ਪੂਰਨ ਹੋ ਗਈਆਂ। ਅਚੰਤ ਹਮਾ ਤੋ ਸਗਲ ਸਿਧਾਂਤ। ਜਦੋਂ ਅਸੀਂ ਪ੍ਰਭੂ ਪਰਮੇਸ਼ਰ ਦੇ ਨਾਲ ਜੁੜ ਕੇ ਅਚਿੰਤ ਅਵਸਥਾ ਨੂੰ ਪ੍ਰਾਪਤ ਕੀਤਾ ਤਾਂ ਸਾਡੇ ਤਾਈਂ ਪਰਮੇਸ਼ਰ ਨੇ ਸਾਰੇ ਹੀ ਸਿਧਾਂਤ ਬਖਸ਼ ਦਿੱਤੇ। ਵੇਦਾਂ ਸ਼ਾਸਤਰਾਂ ਦੇ ਧਾਰਮਿਕ ਗ੍ਰੰਥਾਂ ਦਾ ਸਾਰਾ ਗਿਆਨ ਸਾਨੂੰ ਦੇ ਦਿੱਤਾ। ਧਾਰਮਿਕ ਗ੍ਰੰਥਾਂ ਦਾ ਨਿਚੋੜ ਹੀ ਬਖਸ਼ ਦਿੱਤਾ ਸਾਨੂੰ। ਜਿੱਥੇ ਮਹਾਰਾਜ ਕਹਿੰਦੇ ਵੇਦ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ, ਨਾਮ ਬਿਨਾ ਸਭ ਕੂੜ ਗਾਲੇ ਪੋਛੀਆ। ਭਾਈ ਨਾਮ ਤੋਂ ਬਿਨਾ ਸਾਰੀਆਂ ਭੋਗੀਆਂ ਹੀ ਗੱਲਾਂ ਨੇ। ਵੇਦ ਸ਼ਾਸਤਰ ਵੀ ਇਹ ਪੁਕਾਰਦੇ ਹਨ। ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਨੇ ਇਹ ਨਾਮ ਜਿਹੜਾ ਹੈ ਨਾ, ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਹੈ ਤੇ ਇਹ ਸਾਨੂੰ ਪ੍ਰਾਪਤ ਹੋ ਗਿਆ। ਅਚੰਤ ਹਮ ਕੋ ਗੁਰ ਦੀਨੋ ਮੰਤ। ਅਚਿੰਤ ਅਵਸਥਾ ਨੂੰ ਪ੍ਰਾਪਤ ਹੋਇਆ, ਗੁਰੂ ਸਾਹਿਬਾਂ ਨੇ ਸਾਨੂੰ ਮੰਤਰ ਉਪਦੇਸ਼ ਦੇ ਦਿੱਤਾ। ਗੁਰੂ ਦਾ ਉਪਦੇਸ਼ ਦਾ ਸਾਧ ਸੰਗਤ ਪਹਿਲਾਂ ਹੀ ਹੈ ਨਾ ਸਾਨੂੰ, ਪਰ ਜਦੋਂ ਕਮਾਵਾਂਗੇ ਤਾਂ ਹਿਰਦਾ ਸ਼ੁੱਧ ਹੋ ਜਾਵੇਗਾ। ਹਿਰਦਾ ਸ਼ੁੱਧ ਹੋਇਆ ਹੀ ਗੁਰੂ ਸਾਹਿਬਾਂ ਨੇ ਨਾਮ ਨੂੰ ਵਸਤੂ ਸਾਡੇ ਹਿਰਦੇ ਵਿੱਚ ਟਿਕਾ ਦਿੱਤੀ। ਜਿੱਥੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਦਿਨ ਰਾਤ ਪ੍ਰਭੂ ਪਰਮਾਤਮਾ ਨੂੰ ਧਿਆਉਂਦੇ ਹਨ, ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ, ਉਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਿਹਦੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਨਾ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕੋ ਕਰ ਕਥ ਨ ਜਨਾਵੈ, ਹਰ ਹਰ ਨਾਮ ਰਿਜਸ ਧਿਆਵੈ। ਮਨ ਵਿਚੈ ਸਤਿਗੁਰ ਕੇ ਬਾਸ, ਤੇ ਸੇਵਕ ਕੇ ਕਾਰਜ ਦਾਸ। ਸਤਿਗੁਰ ਸਿੱਖ ਕੋ ਨਾਮ ਧਨ ਦੀ, ਗੁਰ ਕਾ ਸਿੱਖ ਬੜ ਭਾਗੀ ਹੀ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀਅ ਨਾਲ ਸੰਭਾਲੈ। ਗੁਰੂ ਸਾਹਿਬ ਆਪਣੇ ਸਿੱਖਾਂ ਦਾ ਹਲਤ ਤੇ ਪਲਤ ਸਵਾਰ ਦਿੰਦੇ ਨੇ, ਅੱਗਾ ਸੇ ਪਿੱਛਾ ਸਾਰਾ ਹੀ ਸਵਾਰ ਦਿੰਦੇ ਨੇ। ਇਸ ਤਰ੍ਹਾਂ ਜਦੋਂ ਅਸੀਂ ਅਚਿੰਤ ਹੋ ਗਏ ਤਾਂ ਸਾਡੇ ਤਾਈਂ ਗੁਰੂ ਸਾਹਿਬਾਂ ਨੇ ਉਪਦੇਸ਼ ਦੇਣਾ ਕੀਤਾ। ਅਚੰਤ ਹਮਾਰੇ ਦਿਲ ਸੇ ਬੈਰ। ਜਦੋਂ ਅਸੀਂ ਅਚਿੰਤ ਹੋ ਗਏ, ਚਿੰਤਾ ਤੋਂ ਰਹਿਤ, ਤਾਂ ਸਾਡੇ ਸਾਰੇ ਹੀ ਵੈਰ ਮੁੱਕ ਗਏ। ਦੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਖਬਰ ਮਿਲੀ, ਸੁਲਹੀ ਖਾਂ ਡੈਰੀ ਬਣ ਕੇ ਫੌਜਾਂ ਚੜਾ ਕੇ ਆ ਰਿਹਾ ਹੈ। ਸਤਿਗੁਰੂ ਕਹਿੰਦੇ ਅਸੀਂ ਤਾਂ ਪਰਮਾਤਮਾ ਦੇ ਹੀ ਆਸਰੇ ਹਾਂ। ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ। ਉਸੇ ਨੂੰ ਹੀ ਧਿਆਉਂਦੇ ਆ ਤੇ ਉਹ ਸੁਲਹੀ ਖਾਂ ਰਸਤੇ ਵਿੱਚ ਹੀ ਮਾਰਿਆ ਗਿਆ। ਵੈਰ ਬਣ ਕਰਕੇ ਆਇਆ ਸੀ, ਕਈ ਤਰ੍ਹਾਂ ਦੀਆਂ ਮਾੜੀਆਂ ਗੱਲਾਂ ਕਰਦਾ ਸੀ ਸਾਧ ਸੰਗਤ ਗੁਰੂ ਘਰ ਦੇ ਪ੍ਰਤੀ, ਪਰ ਰਸਤੇ ਵਿੱਚ ਹੀ ਮਾਰਿਆ ਗਿਆ। ਨਾ ਕੋ ਹਮਰਾ ਬੈਰੀ ਰਹਿਆ, ਨਾ ਕੋ ਹਮਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ बैर आए। ਅਚਿੰਤ ਹਮਾਰੇ ਬੈਰੀ ਮੀਤਾ। ਅਚਿੰਤ ਹੀ ਜਿਹੜੇ ਸਾਡੇ ਵੈਰੀ ਸਨ, ਵੈਰ ਕਰਨ ਵਾਲੇ, ਉਹ ਮੁੱਕ ਗਏ। ਔਰ ਮਾਰੇ ਕਹਿੰਦੇ ਬਿਨ ਸੇ ਵੈਰ, ਤੇ ਜੇ ਅਸੀਂ ਕਿਸੇ ਨਾਲ ਵੈਰ ਕਰਦੇ ਸੀ ਉਹ ਵੀ ਸਾਡਾ ਖਤਮ ਹੋ ਗਿਆ। ਵੈਸੇ ਤਾਂ ਇਹ ਗੁਰੂ ਸਾਹਿਬਾਂ ਦੀ ਅਵਸਥਾ ਹੈ ਜਿੱਥੇ ਭੱਟ ਸਾਹਿਬਾਨ ਕਹਿੰਦੇ ਤੈ ਜਨਮਤ ਹੀ ਬ੍ਰਹਮ ਪਛਾਣਿਓ। ਸਤਿਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਤਾਂ ਆਪਣੇ ਜਨਮ ਤੋਂ ਹੀ ਬ੍ਰਹਮ ਨੂੰ ਪਛਾਣਿਆ ਹੋਇਆ ਹੈ।
ਇੱਕ ਉਹ ਗੁਰਮੁਖ ਹੁੰਦੇ ਨੇ ਜਿਹੜੇ ਬੰਦਗੀ ਕਰਕੇ ਨਾਮ ਜਪ ਕੇ ਬ੍ਰਹਮ ਦੀ ਪਛਾਣ ਕਰਦੇ ਨੇ। ਸਤਿਗੁਰੂ ਤਾਂ ਬ੍ਰਹਮ ਹੀ ਹਨ। ਮਹਾਰਾਜ ਕਹਿੰਦੇ ਜਦੋਂ ਅਸੀਂ ਅਚਿੰਤ ਹੋ ਗਏ ਤਾਂ ਸਾਡੇ ਸਾਰੇ ਵੈਰ ਵੀ ਖਤਮ ਹੋ ਗਏ ਹਨ। ਅਚੰਤ ਹਮਾਰੇ ਮਿਟੇ ਅੰਧੇਰ। ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਜਾਣਾ ਕੀਤਾ ਤਾਂ ਸਾਡੇ ਅੰਦਰ ਜੋ ਅਗਿਆਨਤਾ ਦੇ ਹਨੇਰ ਪਏ ਹੋਏ ਸੀ ਉਹ ਵੀ ਨਾਸ ਹੋ ਗਏ। ਅਚਿੰਤੋ ਹੀ ਮਨ ਕੀਰਤਨ ਮੀਠਾ। ਜਦੋਂ ਅਸੀਂ ਅਚਿੰਤ ਹੋ ਜਾਣਾ ਕੀਤਾ ਤਾਂ ਮਨ ਕਰਕੇ ਜੋ ਵਾਹਿਗੁਰੂ ਦਾ ਕੀਰਤਨ ਕਰਨਾ ਹੈ, ਭਗਤੀ ਕਰਨੀ ਹੈ, ਨਾਮ ਜਪਣਾ ਹੈ, ਇਹ ਮਿੱਠਾ ਲੱਗ ਪਿਆ। ਅਚਿੰਤੋ ਹੀ ਪ੍ਰਭ ਘਟ ਘਟ ਨੀਠਾ। ਜਦੋਂ ਅਸੀਂ ਅਚਿੰਤ ਹੋ ਜਾਣਾ ਕੀਤਾ, ਚਿੰਤਾ ਤੋਂ ਰਹਿਤ, ਤਾਂ ਘਟਾਂ ਘਟਾਂ ਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਦੇਖ ਲੈਣਾ ਕੀਤਾ। ਅਚਿੰਤ ਮਿਟਿਓ ਹੈ ਸਗਲੋ ਕਰਨਾ। ਜਦੋਂ ਅਸੀਂ ਅਚਿੰਤ ਪਰਮਾਤਮਾ ਦੇ ਨਾਲ ਮਿਲ ਜਾਣਾ ਕੀਤਾ ਤਾਂ ਸਾਡੇ ਮਨ ਵਿੱਚੋਂ ਜਿਹੜੇ ਭਰਮ ਸਨ, ਭੁਲੇਖੇ ਸਨ, ਉਹ ਸਾਰੇ ਹੀ ਮਿਟ ਗਏ। ਅਚਿੰਤ ਵਸਿਓ ਮਨ ਸੁਖ ਵਿਸਰਾਮਾ। ਜਦੋਂ ਅਸੀਂ ਅਚਿੰਤ ਪ੍ਰਭੂ ਪਰਮਾਤਮਾ ਨਾਲ ਮਿਲਣਾ ਕੀਤਾ ਤਾਂ ਸਾਡੇ ਮਨ ਵਿੱਚ ਸੁੱਖ ਦਾ ਟਿਕਾਅ ਹੋ ਗਿਆ। ਜਿਹੜੀ ਉਹ ਅਵਸਥਾ ਬਣ ਗਈ ਕਦੇ ਦੁੱਖ 'ਚ ਨਹੀਂ ਬਦਲਦੀ, ਸਦਾ ਹੀ ਆਨੰਦ 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 ਬਣ ਗਿਆ। ਜਿੱਥੇ ਮਹਾਰਾਜ ਕਹਿੰਦੇ ਸਭ ਸੁੱਖ ਹੀ ਹੈ ਰੇ, ਉੱਥੇ ਸੁੱਖ ਹੀ ਸੁੱਖ ਹੈ ਸਾਧ ਸੰਗਤ। ਉਸ ਅਵਸਥਾ ਨੂੰ ਮਨ ਨੇ ਪ੍ਰਾਪਤ ਕਰ ਲਿਆ। ਅਚਿੰਤ ਹਮਾਰੇ ਅਨਹਤ ਵਾਜੈ। ਅਚਿੰਤ ਚਿੰਤਾ ਤੋਂ ਰਹਿਤ ਹੋਣ ਕਰਕੇ ਸਾਡੇ ਹਿਰਦੇ ਵਿੱਚ ਅਨਹਦ ਵਾਜੇ ਵੱਜ ਗਏ। ਉਹ ਵਾਜੇ ਸ਼ਬਦ ਪ੍ਰਗਟ ਹੋ ਗਏ ਜਿਹੜੇ ਕਦੇ ਖਤਮ ਨਹੀਂ ਹੁੰਦੇ, ਉਹਨਾਂ ਦੀ ਹੱਦਬੰਦੀ ਨਹੀਂ ਹੈ। ਇਸ ਤਰ੍ਹਾਂ ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਜੋ ਸ਼ਬਦ ਹੈ, ਸਤਨਾਮ ਵਾਹਿਗੁਰੂ, ਉਹ ਪ੍ਰਗਟ ਹੋ ਗਿਆ। ਅਚਿੰਤ ਹਮਾਰੇ ਗੋਬਿੰਦ ਗਾਜੈ। ਅਚਿੰਤ ਅਵਸਥਾ ਨੂੰ ਪ੍ਰਾਪਤ ਹੋਣ ਕਰਕੇ ਸਾਡੇ ਹਿਰਦੇ ਦੇ ਵਿੱਚ ਗੋਬਿੰਦ ਜੋ ਪਰਮਾਤਮਾ ਹੈ ਗਾਜੈ ਪ੍ਰਗਟ ਹੋ ਗਿਆ ਹੈ। ਅਚਿੰਤ ਹਮਾਰੇ ਮਨ ਪਤੀ ਅੰਨਾ। ਜਦੋਂ ਅਸੀਂ ਅਚਿੰਤ ਪ੍ਰਭੂ ਨੂੰ ਮਿਲਣਾ ਕੀਤਾ, ਪਰਮਾਤਮਾ ਨਾਲ ਮਿਲ ਕੇ ਚਿੰਤਾ ਤੋਂ ਰਹਿਤ ਹੋ ਗਏ ਤਾਂ ਮਨ ਪਤੀਆਨਾ, ਜਿਹੜਾ ਸਾਡਾ ਮਨ ਹੈ ਨਾ, ਉਹ ਪ੍ਰਭੂ ਦੇ ਪਤੀਆਨਾ ਪਤੀਜ ਗਿਆ। ਜਿਹੜਾ ਮਨ ਹੈ ਸਾਧ ਸੰਗਤ ਪਰਮਾਤਮਾ ਦੇ ਨਹੀਂ ਪਤੀਜਦਾ। ਇਸ ਨੂੰ ਦੁਨੀਆ ਦੇ ਸੁੱਖ ਦੇ ਦਿਓ, ਮਾਇਆ ਅੱਗੇ ਰੱਖ ਦਿਓ, ਖੁਸ਼ ਹੋ ਜਾਂਦਾ ਹੈ। ਪਦਾਰਥਾਂ ਨੂੰ ਪ੍ਰਾਪਤ ਕਰਕੇ ਖੁਸ਼ ਹੁੰਦਾ ਹੈ, ਪਰ ਪਰਮਾਤਮਾ ਨੂੰ ਪ੍ਰਾਪਤ ਕਰਕੇ ਖੁਸ਼ ਨਹੀਂ ਹੁੰਦਾ। ਨਾਮ ਜਪਣ ਬਿਠਾ ਲਓ, ਸੇਵਾ ਵਿੱਚ ਲੈ ਜਾਓ, ਕਥਾ ਕੀਰਤਨ ਸੁਣ ਲੱਗ ਜਾਓ, ਮਨ ਗੈਰ ਹਾਜ਼ਰ ਕਿਉਂ ਹੁੰਦਾ ਹੈ? ਕਿਉਂਕਿ ਮਨ ਜੁੜਦਾ ਨਹੀਂ ਹੈ। ਜਿਹੜੇ ਗੁਰਮੁਖ ਹਨ ਉਹਨਾਂ ਦਾ ਮਨ ਪ੍ਰਭੂ ਦੇ ਉੱਪਰ ਪਤੀਜਿਆ ਹੋਇਆ ਹੈ। ਉਹ ਨਾਮ ਜਪਦਿਆਂ, ਸੇਵਾ ਕਰਦਿਆਂ ਜੁੜੇ ਹੋਏ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡਾ ਮਨ ਹੁਣ ਪਤੀਜ ਗਿਆ ਹੈ ਪ੍ਰਭੂ ਦੀ ਬੰਦਗੀ ਤੇ, ਜਦੋਂ ਅਸੀਂ ਅਚਿੰਤ ਹੋ ਗਏ। ਨਿਹਚਲ ਤਨੀ ਅਚਿੰਤ ਪਛਾਨਾ। ਜੋ ਅਚਿੰਤ ਪ੍ਰਭੂ ਪਰਮਾਤਮਾ ਹੈ, ਨਿਹਚਲ ਸਦਾ ਰਹਿਣ ਵਾਲਾ ਹੈ, ਧਨੀ ਸਾਰਿਆਂ ਦਾ ਮਾਲਕ ਹੈ, ਉਸ ਦੇ ਤਾਈ ਚਿੰਤਾ ਤੋਂ ਰਹਿਤ ਹੋ ਕੇ ਪਛਾਣਨਾ ਕੀਤਾ। ਸਾਨੂੰ ਸਤਿਗੁਰੂ ਵਾਰ-ਵਾਰ ਸਮਝਾਉਂਦੇ ਨੇ ਤੂੰ ਚਿੰਤਾ ਤੋਂ ਰਹਿਤ ਹੋ, ਫਿਰ ਤੈਨੂੰ ਇਹ ਦਾਤ ਪ੍ਰਾਪਤ ਹੋਵੇਗੀ। ਮਨ ਭਟਕਦਾ ਰਹਿੰਦਾ ਹੈ ਤੇ ਅਸੀਂ ਸੁੱਖ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਜੇ ਮਨ ਨੂੰ ਟਿਕਾਵਾਂਗੇ, ਮਨ ਨੂੰ ਗੁਰੂ ਦੀ ਸ਼ਰਨ 'ਚ ਲੈ ਕੇ ਆਵਾਂਗੇ, ਤਦੋਂ ਹੀ ਸਾਰੇ ਸੁੱਖ ਝੋਲੀ ਪੈਣੇ। ਉਦੋਂ ਹੀ ਸਤਿਗੁਰੂ ਕਹਿੰਦੇ ਅਸੀਂ ਸਾਰੇ ਸੁੱਖ ਪ੍ਰਾਪਤ ਕਰਨ ਲਈ ਨਿਹਚਲ ਅਚਲ ਪਦਵੀ ਪ੍ਰਾਪਤ ਹੋ ਗਈ, ਅਚਿੰਤ ਅਵਸਥਾ ਨੂੰ ਪ੍ਰਾਪਤ ਹੋ ਕੇ ਨਿਹਚਲ ਧਨੀ ਅਚਿੰਤ ਪਛਾਨਾ। ਜੋ ਨਿਹਚਲ ਸਰੂਪ ਹੈ ਧਨੀ, ਉਸ ਮਾਲਕ ਪਰਮਾਤਮਾ ਨੂੰ ਅਸੀਂ ਚਿੰਤਾ ਤੋਂ ਰਹਿਤ ਹੋ ਕੇ ਪਛਾਣਨਾ ਕੀਤਾ। ਅਚਿੰਤੋ ਉਪਜਿਓ ਸਗਲ ਵਿਵੇਕਾ। ਅਚਿੰਤੋ ਚਿੰਤਾ ਤੋਂ ਰਹਿਤ ਹੋਣ ਕਰਕੇ ਸਾਡੇ ਤਾਈਂ ਸਾਰਾ ਵਿਵੇਕ ਜੋ ਗਿਆਨ ਹੈ ਉਪਜਿਓ ਪੈਦਾ ਹੋ ਗਿਆ।
परमात्मा का ज्ञान प्राप्त हो गया, संसार का ज्ञान प्राप्त हो गया। ਅਚੰਤ ਚਰੀ ਹੱਥ ਹਰ ਹਰ ਟੇਕਾ। ਜਦੋਂ ਅਸੀਂ ਅਚਿੰਤ ਹੋ ਗਏ, ਚਿੰਤਾ ਤੋਂ ਰਹਿਤ ਹੋ, ਤਾਂ ਜੋ ਹਰ ਪਰਮਾਤਮਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਦੀ ਟੇਕ ਸਾਨੂੰ ਪ੍ਰਾਪਤ ਹੋ ਗਈ, ਉਹਦਾ ਆਸਰਾ ਸਾਨੂੰ ਮਿਲ ਗਿਆ। ਚਿੰਤਾ ਤੋਂ ਰਹਿਤ ਹੋਣ ਕਰਕੇ ਹਰ ਹਰ ਪਰਮਾਤਮਾ ਦਾ ਨਾਮ ਸਾਡੇ ਹੱਥ ਵਿੱਚ ਚੜੀ ਪ੍ਰਾਪਤ ਹੋ ਗਿਆ, ਭਾਵ ਉਹ ਅਵਸਥਾ ਮਿਲ ਗਈ। ਚਲ ਅਚੰਤ ਪ੍ਰਭੂ ਤੁਰ ਲਿਖਿਆ ਲੇਖ। ਇਸ ਤਰ੍ਹਾਂ ਜੋ ਅਚਿੰਤ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ, ਉਸਨੇ ਧੁਰੋਂ ਹੀ ਸਾਡੇ ਮਸਤਕ ਦੇ ਵਿੱਚ ਇਹ ਲੇਖਾ ਲਿਖ ਦਿੱਤਾ ਸੀ ਕਿ ਸਾਨੂੰ ਇਹ ਦਾਤ ਪ੍ਰਾਪਤ ਹੋਣੀ ਹੈ। ਅਚੰਤ ਮਿਲਿਓ ਪ੍ਰਭ ਠਾਕੁਰ ਏਕ। ਜਦੋਂ ਅਸੀਂ ਚਿੰਤਾ ਤੋਂ ਰਹਿਤ ਹੋ ਗਏ ਤਾਂ ਇੱਕ ਜੋ ਵਾਹਿਗੁਰੂ ਪਰਮਾਤਮਾ ਠਾਕੁਰ ਸਾਰਿਆਂ ਦਾ ਮਾਲਕ ਹੈ, ਪ੍ਰਭੂ ਸਮਰੱਥ ਹੈ, ਉਹ ਸਾਨੂੰ ਮਿਲ ਪਿਆ। ਚਿੰਤ ਅਚਿੰਤਾ ਸਗਲੀ ਗਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਸਾਡੇ ਅੰਦਰ ਚਿੰਤਾ ਸੀ ਨਾ, ਭਟਕਣਾ ਸੀ, ਚੰਚਲਤਾ ਸੀ ਮਨ ਦੇ ਅੰਦਰ, ਅਚਿੰਤ ਪ੍ਰਭੂ ਨੂੰ ਮਿਲ ਕਰਕੇ ਸਾਰੀ ਚਲੀ ਗਈ। ਜਿਹੜਾ ਇਹ ਦੁੰਦਵਾਦ ਬਣਿਆ ਹੋਇਆ ਸੀ, ਕਦੇ ਤਾਂ ਮਨ ਚਿੰਤਾ ਵਿੱਚ ਆ ਜਾਂਦਾ ਸੀ ਤੇ ਕਦੇ ਮਨ ਕਹਿੰਦਾ ਸੀ ਹੁਣ ਮੈਂ ਚਿੰਤਾ ਨਾ ਕਰਿਆ ਕਰਾਂ, ਇਹ ਸਾਰੀ ਚਲੀ ਗਈ ਜਦੋਂ ਅਸੀਂ ਅਚਿੰਤ ਪ੍ਰਭੂ ਨੂੰ ਮਿਲ ਗਏ। ਪ੍ਰਭ ਨਾਨਕ 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 ਮਈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਏਕਤਾ ਕਰਦੇ ਨੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪ੍ਰਭੂ ਪਰਮਾਤਮਾ ਹਨ। ਅਸੀਂ ਵੀ ਸਤਿਗੁਰੂ ਕਹਿੰਦੇ ਪਰਮਾਤਮਾ ਨਾਲ ਮਿਲ ਕੇ ਇੱਕ ਰੂਪ ਹੋ ਗਏ ਹਾਂ। ਜਲ ਦੇ ਉਪਜਤ ਰੰਗ ਜਿਉ ਜਲ ਹੀ ਦਿਖੈ ਸਮਾਏ। ਇਸ ਸ਼ਬਦ ਅੰਦਰ ਨਾਨਕ ਸ਼ਬਦ ਬਹੁਤ ਵਾਰ ਆਇਆ ਸਾਧ ਸੰਗਤ, ਔਰ ਇਸ ਪੰਕਤੀ ਵਿੱਚ 3 ਵਾਰ ਆਇਆ। ਨਾਨਕ ਦਾ ਅਰਥ ਹੁੰਦਾ ਨਾਮ ਅੰਨ ਅੱਗ। ਇਹ ਵਿਆਕਰਣ ਅਨੁਸਾਰ ਹੈ, ਵਿੱਚੋਂ ਸ਼ਬਦ ਕੱਢ ਕੇ। ਨਾਮ ਹੈ ਪੁਰਖ ਦਾ, ਅੰਨ ਨਾਮ ਹੈ ਨਹੀਂ, ਅੱਗ ਨਾਮ ਹੈ ਦੁੱਖ। ਜਿਸ ਪੁਰਖ ਨੂੰ ਦੁੱਖ ਨਹੀਂ ਹੈ ਉਹਦਾ ਨਾਮ ਹੈ ਨਾਨਕ। ਨਾਮ ਅਨਕ, ਨਾਮ ਹੈ ਨਹੀਂ, ਅਨਕ ਨਾਮ ਹੈ ਅਨੇਕਤਾ। ਜਿਹਦੇ ਵਿੱਚ ਅਨੇਕਤਾ ਨਹੀਂ ਹੈ, ਜਿਹਦੇ ਵਿੱਚ ਇੱਕ ਹੀ ਹੈ, ਉਹ ਹੈ ਨਾਨਕ। ਜਿੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹਦੇ ਵਿੱਚ ਅਨੇਕਤਾ ਖਤਮ ਹੈ ਔਰ ਇੱਕ ਨੂੰ ਹੀ ਦੇਖਦਾ ਹੈ, ਉਹ ਹੈ ਨਾਨਕ। ਪ੍ਰਭ ਨਾਨਕ 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 ਮਈ। ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਹਨ ਔਰ ਪਰਮਾਤਮਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਇਹ ਸਤਿਗੁਰੂ ਕਹਿੰਦੇ ਅਸੀਂ ਜਾਣਿਆ ਹੈ। ਇਸ ਸ਼ਬਦ ਅੰਦਰ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਬਖਸ਼ਿਆ ਭਾਈ ਕਿ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਇੱਕ ਦਾਤ ਬਖਸ਼ੀ ਹੈ ਨਾਮ ਦੀ। ਉਸ ਨਾਮ ਦੀ ਦਾਤ ਦੇ ਨਾਲ ਸਹਿਜ ਵਿਨੋਦ ਚੋਜ ਆਨੰਦਾ, ਸਹਿਜ ਅਵਸਥਾ ਪ੍ਰਾਪਤ ਹੋਈ ਹੈ। ਵਾਹਿਗੁਰੂ ਦੇ ਕੌਤਕ ਜਾਣੇ ਨੇ ਔਰ ਉਹਨਾਂ ਚੋਜਾਂ ਦੇ ਵਿੱਚ ਅਸੀਂ ਅਨੰਤ ਪਰਮਾਤਮਾ ਨਾਲ ਮਿਲ ਗਏ, ਅਚਿੰਤ ਹੋ ਗਏ। ਗੁਰੂ ਸਾਹਿਬ ਸਾਨੂੰ ਕਿੰਨਾ ਸਮਝਾਉਂਦੇ ਨੇ ਵੀ ਬੰਦਿਆਂ ਤੂੰ ਚਿੰਤਾ ਨਾ ਕਰਿਆ ਕਰ, ਚਿੰਤਾ ਉਸ ਪਰਮਾਤਮਾ ਨੂੰ ਹੈ। ਤੂੰ ਕਹਿੰਦਾ ਮੈਨੂੰ ਚਿੰਤਾ ਹੈ ਕਿ ਆਹ ਨਹੀਂ ਹੋਣਾ ਚਾਹੀਦਾ ਸੀ, ਆਹ ਹੋ ਗਿਆ। ਕਿਉਂ? ਕਿਉਂਕਿ ਤੂੰ ਪਰਮਾਤਮਾ ਤੋਂ ਭੁੱਲਿਆ ਗਿਆ। ਜੇ ਤੂੰ ਉਸ ਪਰਮਾਤਮਾ ਨਾਲ ਮਿਲੇ ਤਾਂ ਤੈਨੂੰ ਸਮਝ ਪਵੇ ਕਿ ਕੁਝ ਕਰਨ ਦੀ ਚਿੰਤਾ ਨਹੀਂ ਹੈ, ਸਭ ਕੁਝ ਉਹ ਆਪੇ ਹੀ ਕਰ ਗਿਆ। ਉਹ ਪਰਮਾਤਮਾ ਸਾਰਿਆਂ ਦੀ ਚਿੰਤਾ ਕਰਦਾ ਹੈ, ਜਿਸ ਨੇ ਸੰਸਾਰ ਦਿੱਤਾ ਹੈ, ਸਾਰਾ ਸੰਸਾਰ ਦਿਖਾਇਆ ਹੈ। ਉਸ ਮਾਲਕ ਨੂੰ ਚਿੰਤਾ ਹੈ ਔਰ ਗੁਰੂ ਪਾਤਸ਼ਾਹ ਕਹਿੰਦੇ ਤੂੰ ਉਸ ਨਾਲ ਮਿਲ ਕੇ ਅਚਿੰਤ ਹੋ ਜਾ, ਉਸ ਨੂੰ ਸਿਮਰਿਆ ਕਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ। ਉਸ ਪਰਮਾਤਮਾ ਨੂੰ ਚਿੰਤਾ ਹੈ। ਨਾਮ ਜਪੀਏ, ਗੁਰਬਾਣੀ ਵਾਲਾ ਜੀਵਨ ਬਣਾਈਏ। ਮਨਮੁਖ ਦਾ
ਦੁਰਮਤ ਇਹ ਤਿਆਗ ਲਈਏ, ਔਗਣਾਂ ਨੂੰ ਛੱਡੀਏ, ਗੁਰੂ ਵਾਲੇ ਬਣ ਕੇ ਨਾਮ ਦੇ ਅਭਿਆਸੀ ਹੋਈਏ। ਸਤਿਗੁਰ ਸਾਰਿਆਂ ਤੇ ਕਿਰਪਾ ਕਰਨ। ਸਮਾਪਤੀ ਹੈ। ਹੋਈਆਂ ਗੁਨਾਹ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਰਥ ਬਖਸ਼ ਦੇਣੀ। ਅਚੰਤ ਪ੍ਰਭੂ ਤੁਰ ਲਿਖਿਆ ਲੇਖ, ਅਚੰਤ ਮਿਲਿਓ ਪ੍ਰਭ ਠਾਕੁਰ ਏਕ, ਅਚੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਵਾਹਿਗੁਰੂ ਜੀ ਕਾ ਖਾਲਸਾ